Hallelujah. Who called us is faithful. He is able to keep us till the very end. ਉਹ ਜਿਹੜਾ ਸਾਡਾ ਸੱਦਣ ਵਾਲਾ ਹੈ ਉਹ ਸੱਚਾ ਤੇ ਵਫਾਦਾਰ ਹੈ, ਉਹ ਅੰਤ ਤੱਕ ਸਾਨੂੰ ਸੰਭਾਲ ਕੇ ਰੱਖ ਸਕਦਾ He ਹੈ। will not leave us on the way. ਉਹ ਸਾਨੂੰ ਰਸਤੇ ਦੇ ਵਿਚਕਾਰ ਨਹੀਂ ਛੱਡ ਦੇਵੇਗਾ, But our duty is to make our calling and election sure. ਪਰ ਸਾਡਾ ਫਰਜ਼ ਕਿ ਅਸੀਂ ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰੀਏ। God has called many, but few are chosen. ਪਰਮੇਸ਼ਰ ਨੇ ਬਹੁਤ ਸਾਰਿਆਂ ਨੂੰ ਸੱਦਿਆ ਹੈ, ਪਰ ਬਹੁਤ ਘੱਟ ਨੂੰ ਚੁਣਿਆ ਹੈ। But whom He has foreknown, like that we read in Romans chapter 8. ਇਸ ਤਰ੍ਹਾਂ ਅਸੀਂ ਰੋਮੀਆਂ ਦੀ ਪੱਤਰੀ 8ਵੇਂ ਅਧਿਆਇ ਦੇ ਵਿੱਚ ਪੜ੍ਹਦੇ ਹਾਂ ਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਹੀ ਜਾਣ ਲਿਆ ਹੈ। Mean God had known us in Christ even before the foundation of the world. ਮਤਲਬ ਪਰਮੇਸ਼ਰ ਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਸਾਨੂੰ ਮਸੀਹ ਵਿੱਚ ਜਾਣ ਲਿਆ। We are not accidentally come to the truth. ਅਸੀਂ ਅਚਾਨਕ ਹੀ ਸੱਚਾਈ ਵਿੱਚ ਨਹੀਂ ਆਏ। We have come to the Lord with an eternal plan. ਅਸੀਂ ਸਦੀਪਕ ਯੋਜਨਾ ਦੇ ਨਾਲ ਪ੍ਰਭੂ ਵਿੱਚ ਆਏ ਹਾਂ। 8:29. ਰੋਮੀਆਂ ਦੀ ਪੱਤਰੀ 8ਵਾਂ ਅਧਿਆਇ 29 ਵਚਨ। For whom he did foreknow, and he did also predestinate to be conformed to the image of his Son, that he might be the firstborn among many brethren. ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਭਈ ਉਹਦੇ ਪੁੱਤਰ ਦੇ ਸਰੂਪ ਤੇ ਬਣ, ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ। ਅਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਠਹਿਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ, ਅਤੇ ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ। Praise the Lord. ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਏ। The Lord has foreknown us in Jesus. ਪਰਮੇਸ਼ਰ ਨੇ ਸਾਨੂੰ ਪ੍ਰਭੂ ਯੀਸ਼ੂ ਮਸੀਹ ਵਿੱਚ ਪਹਿਲਾਂ ਤੋਂ ਹੀ ਜਾਣ ਲਿਆ। He has foreknown us in Jesus even before the foundation of the world. ਤੁਸੀਂ ਇੱਥੋਂ ਤੱਕ ਕਿ ਜਗਤ ਦੀ ਉਤਪਤੀ ਤੋਂ ਪਹਿਲਾਂ ਹੀ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਜਾਣੇ ਜਾ ਚੁੱਕੇ ਹੋ। Ephesians chapter 1 verse 4 when we read, ਜਦ ਅਸੀਂ ਅਫਸੀਆਂ ਦੀ ਪੱਤਰੀ ਪਹਿਲਾ ਅਧਿਆਇ 4ਵਾਂ ਵਚਨ ਪੜ੍ਹਦੇ ਹਾਂ, that we may become blameless before Him in love, for that He hath known us even before the foundation of the world. ਤਾਂ ਜੋ ਅਸੀਂ ਉਹਦੇ ਸਨਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ, ਇਸੇ ਲਈ ਉਸਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਸਾਨੂੰ ਉਸ ਦੇ ਵਿੱਚ ਚੁਣ ਲਿਆ। Dear brother, dear sister, ਪਿਆਰੇ ਭੈਣੋ ਅਤੇ ਭਰਾਵੋ, God have an eternal plan about our life. ਪਰਮੇਸ਼ਰ ਦੀ ਸਾਡੇ ਜੀਵਨ ਦੇ ਪ੍ਰਤੀ ਸਦੀਪਕ ਯੋਜਨਾ ਹੈ। We are not accidentally coming to the Lord. He have an eternal plan about every one of us. ਅਸੀਂ ਅਚਾਨਕ ਹੀ ਪ੍ਰਭੂ ਦੇ ਕੋਲ ਨਹੀਂ ਆ ਜਾਂਦੇ, ਬਲਕਿ ਸਾਡੇ ਹਰੇਕ ਦੇ ਪ੍ਰਤੀ ਪਰਮੇਸ਼ਰ ਦੀ ਸਾਡੇ ਜੀਵਨ ਵਿੱਚ ਸਦੀਪਕ ਯੋਜਨਾ ਹੈ। Our youth meeting theme was the Lord Jesus needs you. ਸਾਡੇ ਜਵਾਨਾਂ ਦੇ ਕੈਂਪ ਦਾ ਸਿਰਲੇਖ ਸੀ ਕਿ ਯੀਸ਼ੂ ਨੂੰ ਤੁਹਾਡੀ ਲੋੜ ਹੈ। Jesus needs you. ਯੀਸ਼ੂ ਨੂੰ ਤੁਹਾਡੀ ਲੋੜ ਹੈ। Yes, God have a plan about our life. He have a eternal purpose about us. ਹਾਂ, ਪਰਮੇਸ਼ਰ ਦੀ ਸਾਡੇ ਜੀਵਨ ਦੇ ਪ੍ਰਤੀ ਯੋਜਨਾ ਹੈ ਅਤੇ ਉਸ ਦਾ ਸਾਡੇ ਜੀਵਨ ਦੇ ਪ੍ਰਤੀ ਸਦੀਪਕ ਮਕਸਦ ਹੈ। He have foreknown you. You must understand it. ਤੁਹਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਉਸਨੇ ਤੁਹਾਨੂੰ ਪਹਿਲਾਂ ਤੋਂ ਹੀ ਜਾਣ ਲਿਆ ਹੈ। Dear brother, dear sister, even from the past eternity, you and me are there in the very mind of God. ਪਰਮੇਸ਼ਰ ਦੇ ਪਿਆਰੇ ਭੈਣੋ ਤੇ ਭਰਾਵੋ, ਤੁਸੀਂ ਪਹਿਲੀ ਸਾਬਕਾ ਸਦੀਪਕਤਾਈ ਦੇ ਵਿੱਚ ਹੀ ਤੁਸੀਂ ਅਤੇ ਮੈਂ ਪਰਮੇਸ਼ਰ ਦੇ ਮਨ ਵਿੱਚ ਸੀ। You and me should understand the purpose of God concerning our own life. ਤੁਹਾਨੂੰ ਅਤੇ ਮੈਨੂੰ ਸਾਡੇ ਆਪਣੇ ਜੀਵਨ ਦੇ ਸੰਬੰਧ ਵਿੱਚ ਪਰਮੇਸ਼ਰ ਦੀ ਯੋਜਨਾ ਨੂੰ ਜਾਣਨਾ ਚਾਹੀਦਾ ਹੈ। When we look into the life of many saints and many people of God, ਜਦ ਅਸੀਂ ਬਹੁਤ ਸਾਰੇ ਸੰਤਾਂ ਤੇ ਪਰਮੇਸ਼ਰ ਦੇ ਲੋਕਾਂ ਦੇ ਜੀਵਨ ਬਾਰੇ ਵੇਖਦੇ ਹਾਂ, we can, if we go to the life of Abraham, ਜੇ ਅਸੀਂ ਅਬਰਾਹਮ ਦੇ ਜੀਵਨ ਵਿੱਚ ਜਾਈਏ, he was a Gentile. ਉਹ ਇੱਕ ਗੈਰ ਜਾਤੀ ਸੀ। In Acts of the Apostle chapter 7 verse 2 when we read, ਜਦ ਅਸੀਂ ਰਸੂਲਾਂ ਦੇ ਕਰਤੱਵ 7ਵਾਂ ਅਧਿਆਇ 2 ਵਚਨ ਵਿੱਚ ਪੜ੍ਹਦੇ ਹਾਂ, there we are able to see Abraham was a Gentile when he was in the land of Mesopotamia, in the land of Chaldeans. The Lord met with him. ਉੱਥੇ ਅਸੀਂ ਵੇਖ ਸਕਦੇ ਹਾਂ ਕਿ ਜਦੋਂ ਅਬਰਾਹਮ ਮੈਸੋਪੋਟਾਮੀਆ ਦੇਸ਼ ਦੇ ਵਿੱਚ ਸੀ ਤਾਂ ਉਹ ਇੱਕ ਗੈਰ ਜਾਤੀ ਸੀ। ਕਲਦਿਆ ਦੇ ਵਿੱਚ ਪਰਮੇਸ਼ਰ ਨੇ ਉਸ ਦੇ ਨਾਲ ਮੁਲਾਕਾਤ ਕੀਤੀ। He was an idol worshipper.
ਉਹ ਇੱਕ ਮੂਰਤੀ ਪੂਜਕ ਸੀ But God had a plan about Abraham. ਪਰ ਪਰਮੇਸ਼ਰ ਦੀ ਅਬਰਾਹਮ ਦੇ ਪ੍ਰਤੀ ਯੋਜਨਾ ਸੀ The Lord had a purpose about the life of Abraham. ਪਰਮੇਸ਼ਰ ਦੀ ਅਬਰਾਹਮ ਦੇ ਜੀਵਨ ਦੇ ਪ੍ਰਤੀ ਮਕਸਦ ਸੀ That's why when he was a Gentile, when he was in the land of Gentiles, the Lord is meeting with him. ਇਸੇ ਕਰਕੇ ਜਦ ਉਹ ਗੈਰ ਜਾਤੀ ਦੇ ਵਿੱਚ ਸੀ ਅਤੇ ਗੈਰ ਜਾਤੀ ਦੇਸ਼ ਦੇ ਵਿੱਚ ਸੀ ਪਰਮੇਸ਼ਰ ਉਸ ਦੇ ਨਾਲ ਮੁਲਾਕਾਤ ਕਰਦਾ ਹੈ Please read it. ਕਿਰਪਾ ਕਰਕੇ ਉਹ ਪੜਾਂਗੇ And he said, Men, brethren, and fathers, hearken. The God of glory appeared unto our father Abraham, which he was in Mesopotamia before he dwelt in Charan. ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿਤਰੋ ਸੁਣੋ, ਸਾਡੇ ਪਿਤਾ ਅਬਰਾਹਮ ਨੂੰ ਹਨਾਨ ਵਿੱਚ ਵਸਣ ਤੋਂ ਅੱਗੇ ਜਦੋਂ ਮੈਸੋਪੋਟਾਮੀਆ ਵਿੱਚ ਸੀ ਤੇਜ ਰੂਪ ਪਰਮੇਸ਼ਰ ਵਿਖਾਈ ਦਿੱਤਾ। When he was in the land of Mesopotamia, in the land of the Gentiles, the Lord of glory appeared unto him. ਇਸ ਦਾ ਮਤਲਬ ਕਿ ਜਦ ਉਹ ਗੈਰ ਜਾਤੀ ਮੈਸੋਪੋਟਾਮੀਆ ਦੇਸ਼ ਦੇ ਵਿੱਚ ਸੀ ਤਾਂ ਉਸੇ ਸਮੇਂ ਜਲਾਲ ਦੇ ਪਰਮੇਸ਼ਰ ਨੇ ਉਸ ਦੇ ਨਾਲ ਮੁਲਾਕਾਤ ਕੀਤੀ He never had known about that God. ਉਸ ਨੇ ਕਦੇ ਵੀ ਉਸ ਪਰਮੇਸ਼ਰ ਦੇ ਬਾਰੇ ਜਾਣਿਆ ਨਹੀਂ ਸੀ He never has seen that God. ਉਸ ਨੇ ਕਦੇ ਵੀ ਉਸ ਪਰਮੇਸ਼ਰ ਨੂੰ ਵੇਖਿਆ ਨਹੀਂ ਸੀ But God had an eternal purpose about his life. ਪਰ ਪਰਮੇਸ਼ਰ ਦਾ ਉਸ ਦੇ ਜੀਵਨ ਦੇ ਪ੍ਰਤੀ ਸਦੀਪਕ ਮਕਸਦ ਸੀ He had an eternal plan about his life. ਉਸ ਦਾ ਉਸ ਦੇ ਜੀਵਨ ਦੇ ਪ੍ਰਤੀ ਸਦੀਪਕ ਯੋਜਨਾ ਸੀ That's why the Lord met with him in that land of Gentiles. ਇਸੇ ਕਰਕੇ ਪਰਮੇਸ਼ਰ ਉਸ ਨੂੰ ਗੈਰ ਜਾਤੀ ਦੇਸ਼ ਵਿੱਚ ਮਿਲਿਆ When you look into your own life, ਜਦ ਤੁਸੀਂ ਆਪਣੇ ਜੀਵਨ ਦੇ ਬਾਰੇ ਵੇਖਦੇ ਹੋ God have known you. He have predestinated you. ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਹੈ ਅਤੇ ਉਸਨੇ ਤੁਹਾਨੂੰ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਹੈ But remember one thing, ਪਰ ਇੱਕ ਗੱਲ ਯਾਦ ਕਰੋ we cannot lead a double life. ਅਸੀਂ ਦੋਹਰਾ ਜੀਵਨ ਬਤੀਤ ਨਹੀਂ ਕਰ ਸਕਦੇ You should make your calling and election sure means ਤੁਹਾਨੂੰ ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰਨਾ ਚਾਹੀਦਾ ਹੈ ਦਾਸ you should God have a purpose about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ ਮਕਸਦ ਹੈ You should understand the purpose of God concerning you in your life. ਤੁਹਾਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਮਕਸਦ ਨੂੰ ਸਮਝਣਾ ਚਾਹੀਦਾ ਹੈ God had a purpose about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ ਮਕਸਦ ਹੈ Unless and until you understand the purpose of God concerning you, ਜਦ ਤੱਕ ਤੁਸੀਂ ਆਪਣੇ ਜੀਵਨ ਦੇ ਪ੍ਰਤੀ ਪਰਮੇਸ਼ਰ ਦੇ ਮਕਸਦ ਨੂੰ ਨਹੀਂ ਸਮਝਦੇ God cannot fulfill His plan in your life. ਤਾਂ ਪਰਮੇਸ਼ਰ ਆਪਣੀ ਯੋਜਨਾ ਨੂੰ ਤੁਹਾਡੇ ਜੀਵਨ ਵਿੱਚ ਪੂਰਾ ਨਹੀਂ ਕਰ ਸਕਦਾ See, when we look into the life of Abraham, ਦੇਖੋ ਜਦ ਅਸੀਂ ਅਬਰਾਹਮ ਦੇ ਜੀਵਨ ਦੇ ਬਾਰੇ ਵੇਖਦੇ ਹਾਂ God had a purpose about his life. ਪਰਮੇਸ਼ਰ ਦਾ ਉਸ ਦੇ ਜੀਵਨ ਦੇ ਪ੍ਰਤੀ ਮਕਸਦ ਸੀ He did not ask anybody about his calling. ਉਸ ਨੇ ਕਿਸੇ ਵਿਅਕਤੀ ਨੂੰ ਆਪਣੇ ਚੁਣੇ ਜਾਣ ਦੇ ਬਾਰੇ ਬੁਲਾਏ ਜਾਣ ਦੇ ਬਾਰੇ ਨਹੀਂ ਪੁੱਛਿਆ God told me to go out to the place where God wants me to go. ਉਸ ਨੇ ਕਿਹਾ ਕਿ ਪਰਮੇਸ਼ਰ ਨੇ ਮੈਨੂੰ ਬਾਹਰ ਦੇਸ਼ ਵਿੱਚ ਜਾਣ ਲਈ ਕਿਹਾ ਜਿੱਥੇ ਉਹ ਚਾਹੁੰਦਾ ਹੈ ਕਿ ਮੈਂ ਉਸ ਨੂੰ ਮਿਲਾਂ He went out. ਉਹ ਬਾਹਰ ਚਲਾ ਗਿਆ But in Abraham's life we see 3 people are going together. ਪਰ ਅਸੀਂ ਅਬਰਾਹਮ ਦੇ ਜੀਵਨ ਵਿੱਚ ਵੇਖਦੇ ਹਾਂ ਕਿ 3 ਜਣੇ ਉਸ ਦੇ ਜੀਵਨ ਦੇ ਪਿੱਛੇ ਬੈਤੇਲ ਤੱਕ ਆਏ God had a purpose about Abraham. ਪਰਮੇਸ਼ਰ ਦਾ ਅਬਰਾਹਮ ਦੇ ਪ੍ਰਤੀ ਮਕਸਦ ਸੀ But other 2 people are following Abraham. ਪਰ ਹੋਰ 2 ਜਣੇ ਅਬਰਾਹਮ ਦੇ ਪਿੱਛੇ ਪਿੱਛੇ ਚੱਲ ਰਹੇ ਹਨ In our spiritual life, ਸਾਡੇ ਆਤਮਿਕ ਜੀਵਨ ਵਿੱਚ we spiritual people are getting the calling. ਅਸੀਂ ਆਤਮਿਕ ਲੋਕ ਇੱਕ ਬੁਲਾਹਟ ਜਾਂ ਸੱਦੇ ਨੂੰ ਪ੍ਰਾਪਤ ਕਰਦੇ ਹਾਂ But when we come out, another 2 natures are following us. ਪਰ ਜਦ ਅਸੀਂ ਬਾਹਰ ਆ ਜਾਂਦੇ ਹਾਂ ਤਾਂ ਦੂਜੇ ਹੋਰ 2 ਸੁਭਾਅ ਸਾਡੇ ਪਿੱਛੇ ਆਉਂਦੇ ਹਨ In Acts 7:2 we read, ਰਸੂਲਾਂ ਦੇ ਕਰਤੱਵ 7ਵੇਂ ਅਧਿਆਇ ਦੇ ਦੂਜੇ ਵਚਨ ਵਿੱਚ ਪੜ੍ਹਿਆ ਹੈ before he stay in Haran, he was in the land of Mesopotamia. ਹਾਰਾਨ ਵਿੱਚ ਵਸਣ ਤੋਂ ਪਹਿਲਾਂ ਉਹ ਮੈਸੋਪੋਟਾਮੀਆ ਦੇਸ਼ ਵਿੱਚ ਸੀ Coming out of Mesopotamia is coming out of sin. ਉਹ ਮੈਸੋਪੋਟਾਮੀਆ ਵਿੱਚੋਂ ਬਾਹਰ ਆਉਣ ਦੇ ਸਮੇਂ ਉਹ ਪਾਪ ਤੋਂ ਬਾਹਰ ਆ ਰਿਹਾ ਸੀ He was coming out to please God and to do His will. ਉਹ ਬਾਹਰ ਆ ਕੇ ਪਰਮੇਸ਼ਰ ਨੂੰ ਇੱਛਾ ਕਰਕੇ ਉਸ ਨੂੰ ਪ੍ਰਸੰਨ ਕਰਨ ਦੇ ਲਈ ਆ ਰਿਹਾ ਸੀ But when he was coming, ਪਰ ਜਦੋਂ ਆ ਰਿਹਾ ਸੀ Abraham got the call. Another 2 people are following him. That is his father and his brother's son. ਤਾਂ ਅਬਰਾਹਮ ਨੇ ਵੇਖਿਆ ਕਿ ਜਦੋਂ ਬਾਹਰ ਆ ਰਿਹਾ ਸੀ ਤਾਂ ਉਸ ਦਾ ਪਿਤਾ ਅਤੇ ਉਸ ਦੇ ਭਰਾ ਦਾ ਪੁੱਤਰ ਉਸ ਦੇ ਪਿੱਛੇ ਆ ਰਹੇ ਸਨ His father Terah also started following him. ਉਸ ਦੇ ਪਿਤਾ ਤੇਰਾ ਨੇ ਵੀ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ Son, wherever you go, I will also follow you.
बेटे जिथे किते तू जाएगा मैं भी तेरे पीछे आवांगा। Wherever your God takes you, I will also be with you everywhere. तू जिथे किते भी जाएगा मैं हरेक जगह ते तेरे नाल होवांगा। In our life, we need an understanding about the eternal purpose of God concerning our life. Otherwise, there are many natures will follow us and take us away from God. ਸਾਨੂੰ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਸਦੀਪਕ ਮਕਸਦ ਨੂੰ ਜਾਣਨ ਦੀ ਜ਼ਰੂਰਤ ਹੈ, ਨਹੀਂ ਤਾਂ ਹੋਰ ਦੋ ਸੁਭਾਅ ਸਾਡੇ ਜੀਵਨ ਦੇ ਪਿੱਛੇ ਆਉਣਗੇ। When we were yet sinners, Christ died for us. ਜਦ ਅਸੀਂ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਮਰ ਗਿਆ। Mean Jesus have prepared a great salvation for us even before he called us. ਇਸ ਦਾ ਮਤਲਬ ਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਸੱਦਣ ਤੋਂ ਪਹਿਲਾਂ ਹੀ ਸਾਡੇ ਲਈ ਇੱਕ ਬਹੁਤ ਵੱਡੀ ਮੁਕਤੀ ਤਿਆਰ ਕਰਕੇ ਰੱਖੀ ਸੀ। He opened a new and a living way for us. That is to say, his veil, his own flesh. ਉਸ ਨੇ ਜੋ ਆਪਣੇ ਹੀ ਸਰੀਰ ਦੇ ਦੁਆਰਾ ਉਸ ਪਰਦੇ ਨੂੰ ਫਾੜ ਕੇ ਸਾਡੇ ਲਈ ਇੱਕ ਨਵਾਂ ਤੇ ਜਿਉਂਦਾ ਰਾਹ ਤਿਆਰ ਕੀਤਾ। But he came to Haran and stayed there. ਉਹ ਹਾਰਾਨ ਵਿੱਚ ਆ ਕੇ ਉੱਥੇ ਵਸਿਆ। You know what is the meaning of Haran? ਤੁਸੀਂ ਜਾਣਦੇ ਹੋ ਕਿ ਹਾਰਾਨ ਦਾ ਅਰਥ ਕੀ ਹੈ? Haran means the land of hot streams. ਹਾਰਾਨ ਦਾ ਮਤਲਬ ਕਿ ਗਰਮ ਧਾਰਾਵਾਂ ਦਾ ਦੇਸ਼। This father we can take as a natural man. ਇਸ ਪਿਤਾ ਨੂੰ ਅਸੀਂ ਇੱਕ ਸੁਭਾਵਿਕ ਵਿਅਕਤੀ ਦੇ ਰੂਪ ਵਿੱਚ ਲੈ ਸਕਦੇ ਹਾਂ। When we come out to follow the Lord, ਜਦ ਅਸੀਂ ਪ੍ਰਭੂ ਦੇ ਪਿੱਛੇ ਚੱਲਣ ਲਈ ਬਾਹਰ ਆ ਜਾਂਦੇ ਹਾਂ, a natural man follow us. ਤਾਂ ਇੱਕ ਸੁਭਾਵਿਕ ਵਿਅਕਤੀ ਸਾਡੇ ਪਿੱਛੇ ਆਉਂਦਾ ਹੈ। Land of Haran means land of hot streams. ਹਾਰਾਨ ਦੇਸ਼ ਦਾ ਅਰਥ ਹੈ ਗਰਮ ਧਾਰਾਵਾਂ ਦਾ ਦੇਸ਼। The hot streams are flowing through that. ਉਸ ਦੇ ਵਿੱਚੋਂ ਗਰਮ ਧਾਰਾਵਾਂ ਵਹਿੰਦੀਆਂ ਹਨ। May always land is warm. ਇਸ ਦਾ ਮਤਲਬ ਕਿ ਉਹ ਦੇਸ਼ ਹਮੇਸ਼ਾ ਗਰਮ ਰਹਿੰਦਾ ਹੈ। I don't know, people of Punjab wouldn't have seen that hot streams. ਮੈਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕਾਂ ਨੇ ਉਹ ਗਰਮ ਧਾਰਾਵਾਂ ਨੂੰ ਦੇਖਿਆ ਹੈ ਜਾਂ ਨਹੀਂ। If you go to Orissa, ਜੇ ਤੁਸੀਂ ਉੜੀਸਾ ਵਿੱਚ ਜਾਓ, there is a place, Garam Pani. ਉੱਥੇ ਇੱਕ ਗਰਮ ਪਾਣੀ ਦੀ ਜਗ੍ਹਾ ਹੈ। If you go there, so many fountains. The fountain water is very hot, boiling heat water. ਤਾਂ ਉੱਥੇ ਬਹੁਤ ਸਾਰੇ ਫੁਆਰੇ ਹਨ ਜਾਂ ਸੋਤੇ ਹਨ ਅਤੇ ਉਹਨਾਂ ਸੋਤਿਆਂ ਦਾ ਪਾਣੀ ਗਰਮ ਹੈ। There it is called in Oriya as Tatupani. ਉਹ ਉੜੀਆ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਕਹਿੰਦੇ ਹਨ, Tatupani. ਤਾਤੂ ਪਾਣੀ। But when you go to Assam, ਪਰ ਜਦ ਤੁਸੀਂ ਅਸਾਮ ਵਿੱਚ ਜਾਓਗੇ, there is a place called Garam Pani. ਉੱਥੇ ਇੱਕ ਜਗ੍ਹਾ ਹੈ ਜਿਸ ਨੂੰ ਗਰਮ ਪਾਣੀ ਦੀ ਜਗ੍ਹਾ ਕਿਹਾ ਜਾਂਦਾ ਹੈ। Even in the rainy season, hot water comes out. ਇੱਥੋਂ ਤੱਕ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਵੀ ਗਰਮ ਪਾਣੀ ਉਹਨਾਂ ਵਿੱਚ ਆਉਂਦਾ ਹੈ। Always the water is hot. ਹਮੇਸ਼ਾ ਪਾਣੀ ਗਰਮ ਹੁੰਦਾ ਹੈ। In different parts of India we can see that. ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅਸੀਂ ਇਹ ਵੇਖ ਸਕਦੇ ਹਾਂ। In Nepal I have seen it. ਅਤੇ ਨੇਪਾਲ ਦੇ ਵਿੱਚ ਵੀ ਮੈਂ ਇਸ ਨੂੰ ਦੇਖਿਆ ਹੈ। In Sri Lanka we can see it. ਸ੍ਰੀਲੰਕਾ ਵਿੱਚ ਅਸੀਂ ਇਸ ਨੂੰ ਦੇਖ ਸਕਦੇ ਹਾਂ। No, that hot water ਉਹ ਗਰਮ ਪਾਣੀ makes that place also hot. ਉਸ ਜਗ੍ਹਾ ਨੂੰ ਵੀ ਗਰਮ ਕਰ ਦਿੰਦਾ ਹੈ। But this Terah, ਪਰ ਇਹ ਤੇਰਾ when he came to Haran, ਜਦੋਂ ਇਹ ਹਾਰਾਨ ਵਿੱਚ ਆਇਆ, telling the son, please stay here. It is good for me to stay here. ਤਾਂ ਉਹ ਆਪਣੇ ਬੇਟੇ ਨੂੰ ਕਹਿ ਰਿਹਾ ਹੈ ਕਿ ਤੂੰ ਇੱਥੇ ਹੀ ਰਹਿ, ਇਹ ਚੰਗੀ ਜਗ੍ਹਾ ਹੈ, ਮੇਰੇ ਲਈ ਵੀ ਇਹ ਰਹਿਣ ਲਈ ਚੰਗੀ ਜਗ੍ਹਾ ਹੈ। Till Terah died, Abraham had to be in Haran. ਜਦ ਤੱਕ ਤੇਰਾ ਮਰਿਆ ਨਹੀਂ, ਅਬਰਾਹਮ ਨੂੰ ਉੱਥੇ ਹਾਰਾਨ ਵਿੱਚ ਰਹਿਣਾ ਪਿਆ। In our life also a natural man is following us. ਸਾਡੇ ਜੀਵਨ ਦੇ ਵਿੱਚ ਵੀ ਇੱਕ ਸੁਭਾਵਿਕ ਵਿਅਕਤੀ ਸਾਡੇ ਪਿੱਛੇ ਆਉਂਦਾ ਹੈ। A carnal man is there and a natural man is there. ਇੱਕ ਸਰੀਰਿਕ ਵਿਅਕਤੀ ਹੈ, ਇੱਕ ਸੁਭਾਵਿਕ ਵਿਅਕਤੀ ਹੈ। One of our old believer, backslidden believer used to say, ਸਾਡੇ ਇੱਕ ਪੁਰਾਣਾ ਜੋ ਪਿੱਛੇ ਹਟਿਆ ਹੋਇਆ ਵਿਸ਼ਵਾਸੀ ਇਸ ਤਰ੍ਹਾਂ ਕਹਿੰਦਾ ਹੈ, you know, the best sleeping pills is to read Bible. ਤੁਸੀਂ ਜਾਣਦੇ ਹੋ ਕਿ ਸਭ ਤੋਂ ਵਧੀਆ ਨੀਂਦ ਦੀਆਂ ਗੋਲੀਆਂ ਬਾਈਬਲ ਪੜ੍ਹਨਾ ਹੈ। He used to say, the night if I am not getting sleep, I used to read Bible. ਉਹ ਕਹਿੰਦਾ ਹੈ ਕਿ ਜੇ ਰਾਤ ਨੂੰ ਮੈਨੂੰ ਨੀਂਦ ਨਹੀਂ ਆਂਦੀ ਤਾਂ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੰਦਾ ਹਾਂ। I'll start sleep. ਤਾਂ ਮੈਂ ਸੋਣਾ ਸ਼ੁਰੂ ਕਰ ਦਿੰਦਾ ਹਾਂ। In Punjab, ਪੰਜਾਬ ਦੇ ਵਿੱਚ I used to ask people, did you read Bible? ਮੈਂ ਲੋਕਾਂ ਨੂੰ ਆਮ ਕਰਕੇ ਪੁੱਛਦਾ ਹਾਂ ਕਿ ਤੁਸੀਂ ਬਾਈਬਲ ਪੜ੍ਹੀ? Kadi kadi. ਕਦੇ ਕਦੇ। I'll read Bible kabhi kabhi. ਮੈਂ ਕਦੇ ਕਦੇ ਬਾਈਬਲ ਪੜ੍ਹਦਾ ਹਾਂ। Some people when they come to the meeting, they will get that natural man overtakes them.
ਤੇ ਕਈ ਵਾਰ ਜਦੋਂ ਕੁਝ ਵਿਅਕਤੀ ਮੀਟਿੰਗ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਸੁਭਾਵਿਕ ਵਿਅਕਤੀ ਉਹਨਾਂ ਦੇ ਉੱਤੇ ਪ੍ਰਬਲ ਪੈ ਜਾਂਦਾ ਹੈ। We had a backslidden believer in a place called Raurkela. ਰੁੜਕੇਲਾ ਦੇ ਵਿੱਚ ਸਾਡਾ ਇੱਕ ਪਿੱਛੇ ਹਟਿਆ ਹੋਇਆ ਵਿਸ਼ਵਾਸੀ ਸੀ। But when I conduct a meeting, I used to clap hands, I used to shout and make the people to say hallelujah. ਪਰ ਜਦ ਮੈਂ ਮੀਟਿੰਗ ਚਲਾ ਰਿਹਾ ਸੀ ਮੈਂ ਤਾਲੀਆਂ ਵਜਾ ਕੇ ਹਾਲੇਲੂਇਆ ਦਾ ਨਾਰਾ ਲਗਾ ਕੇ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਦੇ ਲਈ ਕਿਹਾ। This brother David does not allow me to be comfortably sleeping in the meeting. ਇਹ ਬ੍ਰਦਰ ਕੀ ਕਰ ਰਿਹਾ ਹੈ, ਮੈਨੂੰ ਆਰਾਮ ਦੇ ਨਾਲ ਸੌਣ ਨਹੀਂ ਦੇ ਰਿਹਾ। He says in the Sunday service I sleep nicely, not in the house. ਉਹ ਕਹਿੰਦਾ ਹੈ ਕਿ ਐਤਵਾਰ ਦੀ ਇਬਾਦਤ ਤੋਂ ਮੈਂ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ ਸੌ ਨਹੀਂ ਸਕਦਾ। Dear brother, dear sister, ਪਿਆਰੇ ਭੈਣੋ ਤੇ ਭਰਾਵੋ, your natural man which is in you will not allow you to grow spiritually. ਇੱਕ ਸੁਭਾਵਿਕ ਵਿਅਕਤੀ ਜਿਹੜਾ ਤੁਹਾਡੇ ਅੰਦਰ ਹੈ ਤੁਹਾਨੂੰ ਆਤਮਿਕਤਾ ਵਿੱਚ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇਵੇਗਾ। But in Haran, Terah was buried. ਪਰ ਹਾਰਾਨ ਦੇ ਵਿੱਚ ਤੇਰਾ ਨੂੰ ਦਫਨਾਇਆ ਗਿਆ। Remember, your natural man was buried in baptism. ਯਾਦ ਰੱਖੋ ਕਿ ਤੁਹਾਡਾ ਸੁਭਾਵਿਕ ਵਿਅਕਤੀ ਬਪਤਿਸਮੇ ਵਿੱਚ ਦਫਨਾਇਆ ਜਾਂਦਾ ਹੈ। After burying that old man only, that natural man only, you can go forward in your spiritual life. ਤੁਸੀਂ ਉਸ ਸੁਭਾਵਿਕ ਵਿਅਕਤੀ ਨੂੰ ਦਫਨਾਉਣ ਤੋਂ ਬਾਅਦ ਹੀ ਆਪਣੇ ਆਤਮਿਕ ਜੀਵਨ ਵਿੱਚ ਅੱਗੇ ਜਾ ਸਕਦੇ ਹੋ। In your spiritual life, if you need a spiritual growth, that natural man you have to overcome. ਜੇਕਰ ਤੁਸੀਂ ਆਪਣੇ ਆਤਮਿਕ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਸੁਭਾਵਿਕ ਵਿਅਕਤੀ ਤੇ ਤੁਹਾਨੂੰ ਪ੍ਰਬਲ ਪੈਣਾ ਚਾਹੀਦਾ ਹੈ। Let me try. How many of you pray at least 3 hours in a day? ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਹਾਡੇ ਵਿੱਚੋਂ ਕਿੰਨੇ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ 3 ਘੰਟੇ ਪ੍ਰਾਰਥਨਾ ਕਰਦੇ ਹਨ? Lift up your hand. ਆਪਣੇ ਹੱਥ ਖੜੇ ਕਰੋ। Praise the Lord. Want to pray at least 3 hours a day. ਜਿਹੜੇ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ 3 ਘੰਟੇ ਪ੍ਰਾਰਥਨਾ ਕਰਦੇ ਹਨ, ਹੱਥ ਖੜੇ ਕਰੋ। Mothers, be careful. ਮਾਤਾਓ ਧਿਆਨਪੂਰਵਕ God ਰਹੋ। has given you a ministry to pray. ਤੁਹਾਡੀ ਸਭ ਤੋਂ ਵੱਡੀ ਸੇਵਾ ਪ੍ਰਾਰਥਨਾ ਕਰਨ ਦੀ ਹੈ। At least 2 hours and how many minutes you have to pray? ਘੱਟ ਤੋਂ ਘੱਟ ਤੁਹਾਨੂੰ 2 ਘੰਟੇ ਤੇ ਕਿੰਨੇ ਮਿੰਟ ਪ੍ਰਾਰਥਨਾ ਕਰਨੀ ਚਾਹੀਦੀ ਹੈ? At least 2 hours and 24 minutes belongs to God. ਘੱਟ ਤੋਂ ਘੱਟ 2 ਘੰਟੇ 24 ਮਿੰਟ ਪਰਮੇਸ਼ਰ ਦੇ ਹਨ। How many of you pray? ਤੁਹਾਡੇ ਵਿੱਚੋਂ ਕਿੰਨੇ ਇੰਨਾ ਸਮਾਂ ਪ੍ਰਾਰਥਨਾ Want ਕਰਦੇ to ਹਨ? pray 2.5 hours? Lift up your hand. ਜਿਹੜੇ 2.5 ਘੰਟੇ ਪ੍ਰਾਰਥਨਾ ਕਰਦੇ ਹਨ ਆਪਣੇ ਹੱਥ ਖੜੇ ਕਰੋ। Otherwise you are stealing the time of God. ਨਹੀਂ ਤਾਂ ਅਜੇ ਵੀ ਤੁਸੀਂ ਪਰਮੇਸ਼ਰ ਦੇ ਸਮੇਂ ਨੂੰ ਚੋਰੀ ਕਰ ਰਹੇ ਹੋ। Want to pray at least 1 hour? Lift up your hand. ਜਿਹੜੇ ਘੱਟ ਤੋਂ ਘੱਟ 1 ਘੰਟਾ ਪ੍ਰਾਰਥਨਾ ਕਰਦੇ ਹਨ ਆਪਣੇ ਹੱਥ ਖੜੇ ਕਰੋ। Hallelujah. Not even 10% of the people are praying 1 hour. 10% ਲੋਕ ਵੀ 1 ਘੰਟਾ ਪ੍ਰਾਰਥਨਾ ਨਹੀਂ ਕਰਦੇ। Dear brother, dear sister, ਪਿਆਰੇ ਭੈਣੋ ਤੇ ਭਰਾਵੋ, don't steal the time of God. ਪਰਮੇਸ਼ਰ ਦੇ ਸਮੇਂ ਨੂੰ ਨਾ ਚੁਰਾਓ। 1/10 of your time belongs to God. ਤੁਹਾਡੇ ਸਮੇਂ ਦਾ 10ਵਾਂ ਹਿੱਸਾ ਪਰਮੇਸ਼ਰ ਦਾ ਹੈ। 1/10 of time. ਸਮੇਂ ਦਾ 10ਵਾਂ ਹਿੱਸਾ In everything 1/10 belongs to God. ਹਰੇਕ ਚੀਜ਼ ਦਾ 10ਵਾਂ ਹਿੱਸਾ ਪਰਮੇਸ਼ਰ ਦਾ ਹੈ। When you are faithful in tithe, I don't want to make you to get ashamed. Today I am not going to make you to lift up your hand. ਅਤੇ ਉਹ ਜਿਹੜੇ ਦਸਵੰਧ ਦਿੰਦੇ ਹਨ ਮੈਂ ਤੁਹਾਨੂੰ ਦਿਖਾਣ ਇਹ ਨਹੀਂ ਚਾਹੁੰਦਾ ਕਿ ਤੁਸੀਂ ਦਿਖਾਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਹੱਥ ਖੜੇ ਕਰੋ। I don't want to put you to shame. ਮੈਂ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ। Many of you are stealing what you have to give to God. ਤੁਹਾਡੇ ਵਿੱਚੋਂ ਬਹੁਤ ਸਾਰੇ ਜੋ ਤੁਹਾਨੂੰ ਪਰਮੇਸ਼ਰ ਨੂੰ ਦੇਣਾ ਚਾਹੀਦਾ ਹੈ ਉਸ ਦੀ ਚੋਰੀ ਕਰਦੇ ਹਨ। Okay, well, that is not our subject now. ਠੀਕ ਹੈ, ਇਹ ਸਾਡਾ ਹੁਣ ਵਿਸ਼ਾ ਨਹੀਂ ਹੈ। Our natural man will not allow us to grow spiritually. ਸਾਡਾ ਸੁਭਾਵਿਕ ਵਿਅਕਤੀ ਸਾਨੂੰ ਆਤਮਿਕਤਾ ਵਿੱਚ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇਵੇਗਾ। But we have to bring our natural man under subjection. ਪਰ ਅਸੀਂ ਆਪਣੇ ਸੁਭਾਵਿਕ ਵਿਅਕਤੀ ਨੂੰ ਆਪਣੇ ਅਧੀਨ ਲਿਆਉਣਾ ਹੈ। This Terah is dying in Haran. ਇਹ ਤੇਰਾ ਹਾਰਾਨ ਵਿੱਚ ਮਰ ਰਿਹਾ ਹੈ। But one carnal man is following Abraham. ਪਰ ਇੱਕ ਸ਼ਰੀਰਿਕ ਵਿਅਕਤੀ ਅਬਰਾਹਮ ਦਾ ਪਿੱਛਾ ਕਰ ਰਿਹਾ ਹੈ। That carnal man, if he is not going away, we cannot go forward in our spiritual life. ਜੇਕਰ ਉਹ ਸ਼ਰੀਰਿਕ ਵਿਅਕਤੀ ਸਾਡੇ ਤੋਂ ਦੂਰ ਨਹੀਂ ਜਾਂਦਾ ਤਾਂ ਅਸੀਂ ਆਪਣੇ ਆਤਮਿਕ ਜੀਵਨ ਵਿੱਚ ਅੱਗੇ ਨਹੀਂ ਵਧ ਸਕਦੇ। What do we see in Genesis chapter 13? ਅਸੀਂ ਉਤਪਤੀ ਦੀ ਕਿਤਾਬ 13 ਅਧਿਆਇ ਵਿੱਚ ਕੀ ਵੇਖਦੇ ਹਾਂ? There the carnal man always fight with Abraham.
ਉੱਥੇ ਸਰੀਰਿਕ ਵਿਅਕਤੀ ਹਮੇਸ਼ਾ ਅਬਰਾਹਮ ਦੇ ਨਾਲ ਲੜਦਾ ਰਹਿੰਦਾ ਹੈ। When Apostle Paul writes about this, ਜਦੋਂ ਸੰਤ ਪੌਲਸ ਇਸ ਦੇ ਬਾਰੇ ਲਿਖਦਾ ਹੈ, one other man is fighting within me. ਇੱਕ ਹੋਰ ਵਿਅਕਤੀ ਮੇਰੇ ਅੰਦਰ ਲੜਾਈ ਕਰਦਾ ਹੈ। Here with Abraham, always there is a battle. ਇੱਥੇ ਅਬਰਾਹਮ ਦੇ ਨਾਲ ਹਮੇਸ਼ਾ ਯੁੱਧ ਚੱਲ ਰਿਹਾ ਹੈ। Always Abraham had to become a judge. ਹਮੇਸ਼ਾ ਅਬਰਾਹਮ ਨੂੰ ਉਸ ਦੇ ਲਈ ਨਿਆਂ ਬਣਨਾ ਪੈਂਦਾ ਹੈ। 7th verse. Book of 13 verse 7. And there was a strife between the herdmen of Abraham's cattle and the herdmen of Lot's cattle. And the Read on. And the Canaanite and the Perizzites dwelt then in the land. And Abraham said unto Lot, Let there be no strife, I pray thee, between me and thee, and between my herdmen and thy herdmen, for we be brethren. Is not the whole land before thee? Separate thyself, I pray thee, from me. If thou wilt take the left hand, then I will go to the right. Or if thou depart to the right hand, then I will go into the left. And Lot lifted up his eyes and beheld all the plain of Jordan, that it was well watered everywhere before the Lord destroyed Sodom and Gomorrah. 14. And the Lord said unto Abraham, after that Lot was separated from him, Lift up now thine eyes, and look from the place where thou art northward and southward and eastward and westward. See, here, पढ़ो 7 पद से। 7वें वचन ਤੋਂ ਪੜੋ। ਉਪਰੰਤ ਅਬਰਾਹਮ ਦੇ ਪਾਲੀਆਂ ਅਤੇ ਲੂਤ ਦੇ ਪਾਲੀਆਂ ਵਿੱਚ ਝਗੜਾ ਪੈ ਗਿਆ ਅਤੇ ਕਨਾਨੀ ਔਪਰੀਜੀ ਜਨਤਾ ਉਸ ਵੇਲੇ ਉਸ ਦੇਸ਼ ਵਿੱਚ ਵਸਦੀ ਸੀ। ਅਬਰਾਹਮ ਨੇ ਲੂਤ ਨੂੰ ਆਖਿਆ, ਮੇਰੇ ਔਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਅਸੀਂ ਭਰਾ ਹਾਂ। ਭਲਾ ਤੇਰੇ ਅੱਗੇ ਸਾਰਾ ਦੇਸ਼ ਨਹੀਂ ਹੈ, ਮੈਥੋਂ ਵੱਖਰਾ ਹੋ ਜਾ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ। क्या माइक नहीं है? ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ। ਸੋ ਲੂਤ ਨੇ ਆਪਣੀ ਅੱਖਾਂ ਚੁੱਕ ਕੇ ਜਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ Here we are able to see. Here we are able to see Abraham is telling Lot, there is always strife in between us. Please, you go to the right or the left. You separate yourself from me. ਇੱਥੇ ਅਸੀਂ ਵੇਖਦੇ ਹਾਂ ਕਿ ਅਬਰਾਹਮ ਲੂਤ ਨੂੰ ਕਹਿ ਰਿਹਾ ਹੈ ਕਿ ਸਾਡੇ ਵਿਚਕਾਰ, ਸਾਡੇ ਪਾਲੀਆਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਹੈ, ਇਸ ਕਰਕੇ ਤੂੰ ਸੱਜੇ ਜਾਂ ਖੱਬੇ ਕਿਸੇ ਪਾਸੇ ਵੀ ਚਲਿਆ ਜਾ ਔਰ ਮੇਰੇ ਤੋਂ ਦੂਰ ਹੋ ਜਾ। I want to make you understand one thing here. ਮੈਂ ਤੁਹਾਨੂੰ ਇੱਥੇ ਇੱਕ ਗੱਲ ਸਮਝਾਣੀ ਚਾਹੁੰਦਾ ਹਾਂ। Dear brother, dear sister, ਪਿਆਰੇ ਭੈਣੋ ਤੇ ਭਰਾਵੋ, God called you out of the world that He may fulfill His purpose in you. ਪਰਮੇਸ਼ਰ ਨੇ ਤੁਹਾਨੂੰ ਸੰਸਾਰ ਵਿੱਚ ਸੱਦਿਆ ਹੈ ਕਿ ਤਾਂ ਕਿ ਉਹ ਆਪਣੇ ਮਕਸਦ ਨੂੰ ਤੁਹਾਡੇ ਵਿੱਚ ਪੂਰਾ ਕਰੇ। He wants to fulfill His purpose in our life. ਉਹ ਸਾਡੇ ਜੀਵਨ ਵਿੱਚ ਆਪਣੇ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਹੈ। What are you doing there? He wants to fulfill His purpose in our life. ਉਹ ਆਪਣੇ ਮਕਸਦ ਨੂੰ ਸਾਡੇ ਜੀਵਨ ਵਿੱਚ ਪੂਰਾ ਕਰਨਾ ਚਾਹੁੰਦਾ ਹੈ। He wants us to know His plan about our life and to follow Him. ਉਹ ਚਾਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਉਸ ਦੀ ਯੋਜਨਾ ਨੂੰ ਜਾਣੀਏ ਅਤੇ ਉਸ ਦੇ ਪਿੱਛੇ ਚੱਲੀਏ। What Abraham is doing? ਅਬਰਾਹਮ ਕੀ ਕਰ ਰਿਹਾ ਹੈ? He in the 9th word he is telling, 9ਵੇਂ ਵਚਨ ਦੇ ਵਿੱਚ ਉਹ ਕਹਿ ਰਿਹਾ ਹੈ, I am fed up of this battle. ਕਿ ਮੈਂ ਇਸ ਲੜਾਈ ਤੋਂ ਤੰਗ ਆ ਗਿਆ ਹਾਂ। Please separate yourself from me. ਕਿਰਪਾ ਕਰਕੇ ਤੂੰ ਆਪਣੇ ਆਪ ਨੂੰ ਮੇਰੇ ਤੋਂ ਅਲੱਗ ਕਰ ਲੈ। Please separate yourself from me. ਕਿਰਪਾ ਕਰਕੇ ਤੂੰ ਆਪਣੇ ਆਪ ਨੂੰ ਮੇਰੇ ਤੋਂ ਅਲੱਗ ਕਰ ਲੈ। In our spiritual life, ਸਾਡੇ ਆਤਮਿਕ ਜੀਵਨ ਵਿੱਚ we have to ask that natural man to leave us and go. ਅਸੀਂ ਆਪਣੇ ਸੁਭਾਵਿਕ ਵਿਅਕਤੀ ਨੂੰ ਕਹਿਣਾ ਹੈ ਕਿ ਤੂੰ ਸਾਨੂੰ ਛੱਡ ਕੇ ਚਲਿਆ ਜਾ। The natural man should leave us and go. ਸਰੀਰਿਕ ਵਿਅਕਤੀ ਸਾਨੂੰ ਛੱਡ ਕੇ ਜਾਣਾ ਚਾਹੀਦਾ ਹੈ। Unless and until that carnal man leaves you and go, ਜਦ ਤੱਕ ਉਹ ਸਰੀਰਿਕ ਵਿਅਕਤੀ ਤੁਹਾਨੂੰ ਛੱਡ ਕੇ ਚਲਿਆ ਨਹੀਂ ਜਾਂਦਾ, you cannot be prepared for the coming of the Lord. ਤਾਂ ਤੁਸੀਂ ਪ੍ਰਭੂ ਦੀ ਆਮਦ ਦੇ ਲਈ ਤਿਆਰ ਨਹੀਂ ਹੋ ਸਕਦੇ। Today, what is our spiritual standard? ਅੱਜ ਸਾਡਾ ਆਤਮਿਕ ਦਰਜਾ ਕੀ ਹੈ? What is our spiritual standard? ਸਾਡਾ ਆਤਮਿਕ ਦਰਜਾ ਕੀ ਹੈ? Everywhere we go and join and show our teeth. ਅਸੀਂ ਹਰੇਕ ਜਗ੍ਹਾ ਤੇ ਜਾ ਕੇ ਆਪਣੇ ਦੰਦ ਦਿਖਾ ਦਿੰਦੇ ਹਾਂ। Some time ago, I told you about that bat, you know. कुछ देर पहले मैं ਤੁਹਾਨੂੰ चमकीदार के बारे में बोला ना, चमकीदार
ਚਮਗਿੱਦੜ ਦੇ ਬਾਰੇ ਦੱਸਿਆ ਹੈ ਨਾ। You know what that bat had done? ਅਤੇ ਤੁਸੀਂ ਜਾਣਦੇ ਹੋ ਕਿ ਚਮਗਿੱਦੜ ਉਹ ਕੀ ਕਰਦਾ ਹੈ To the bird, I am a bird. ਕਿ ਪੰਛੀਆਂ ਦੇ ਲਈ ਮੈਂ ਪੰਛੀ ਹਾਂ, To the animal, I am an animal. ਜਾਨਵਰਾਂ ਦੇ ਲਈ ਮੈਂ ਜਾਨਵਰ ਹਾਂ। Went to the bird and told, see, I have wings. ਪੰਛੀਆਂ ਦੇ ਕੋਲ ਜਾ ਕੇ ਕਹਿੰਦਾ ਹੈ ਦੇਖੋ ਮੇਰੇ ਖੰਭ ਹਨ, I am living in the tree. ਮੈਂ ਦਰਖਤਾਂ ਤੇ ਰਹਿੰਦਾ ਹਾਂ। You know, I am a bird. ਤੁਸੀਂ ਜਾਣਦੇ ਹੋ ਕਿ ਮੈਂ ਪੰਛੀ ਹਾਂ। But going to the animal, ਪਰ ਜਾਨਵਰਾਂ ਕੋਲ ਜਾ ਕੇ you see, I have got teeth. ਦੇਖੋ ਮੇਰੇ ਦੰਦ ਹਨ, I got teeth like you. ਦੇਖੋ ਮੇਰੇ ਤੁਹਾਡੇ ਵਰਗੇ ਦੰਦ ਹਨ, I eat like you. ਮੈਂ ਤੁਹਾਡੀ ਤਰ੍ਹਾਂ ਖਾਂਦਾ ਹਾਂ, I am giving milk like you to my kids. ਮੈਂ ਤੁਹਾਡੀ ਤਰ੍ਹਾਂ ਆਪਣੇ ਬੱਚਿਆਂ ਨੂੰ ਦੁੱਧ ਦਿੰਦਾ ਹਾਂ। Don't be chamikidar. Don't be bat in your life. ਆਪਣੇ ਜੀਵਨ ਦੇ ਵਿੱਚ ਚਮਗਿੱਦੜ ਨਾ ਬਣੋ। Always that strife should not be there in your life. ਹਮੇਸ਼ਾ ਤੁਹਾਡੇ ਜੀਵਨ ਦੇ ਵਿੱਚ ਯੁੱਧ ਨਹੀਂ ਚੱਲਦਾ ਰਹਿਣਾ ਚਾਹੀਦਾ। As Abraham told goodbye to Lot, you have to separate yourself from this world for the Lord. ਜਿਸ ਤਰ੍ਹਾਂ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਤੂੰ ਇਸ ਸੰਸਾਰ ਨੂੰ ਪਰਮੇਸ਼ਰ ਦੇ ਲਈ ਛੱਡ ਦੇ, You have to separate yourself for the Lord. ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਲਈ ਅਲੱਗ ਕਰਨਾ ਹੈ। In Romans chapter 7, ਰੋਮੀਆਂ ਦੀ ਪੱਤਰੀ 7ਵਾਂ ਅਧਿਆਇ verses 22 and 23, ਰੋਮੀਆਂ ਦੀ ਪੱਤਰੀ 7ਵਾਂ ਅਧਿਆਇ 22 ਅਤੇ 23 ਵਚਨ, what do we see there? ਉੱਥੇ ਅਸੀਂ ਕੀ ਵੇਖਦੇ ਹਾਂ? What Apostle Paul is telling? ਉੱਥੇ ਰਸੂਲ ਪੌਲੁਸ ਕੀ ਕਹਿੰਦਾ ਹੈ? Read it, But I please. see another law in my members, warring against the law of my mind, and bringing me into captivity to the law of sin, which is in my members. O wretched man that I am, who shall deliver me from the body of this death? Dear brother, dear sister, ਪਿਆਰੇ ਭੈਣੋ ਅਤੇ ਭਰਾਵੋ, we are living in a body of sin. ਅਸੀਂ ਪਾਪ ਭਰੇ ਸਰੀਰ ਦੇ ਵਿੱਚ ਰਹਿੰਦੇ ਹਾਂ। Don't think, okay, we are saints by the grace of God. ਠੀਕ ਹੈ, ਅਸੀਂ ਪਰਮੇਸ਼ਰ ਦੀ ਕਿਰਪਾ ਨਾਲ ਸੰਤ ਹਾਂ। Who is saved? ਕੌਣ ਬਚਾਇਆ ਗਿਆ? Who is saved? ਕੌਣ ਬਚਾਇਆ ਗਿਆ ਹੈ? We have got a body, soul and spirit. ਸਾਡੇ ਕੋਲ ਰੂਹ, ਜਿਸਮ, ਜਾਨ ਹੈ। सुजित, कौन उधर पाया? आत्मा प्राण शरीर में, तो इधर नहीं है। आत्मा प्राण शरीर में कौन उधर पाया? हमारा आत्मा है, प्राण है, शरीर है, कौन उधर पाया है? जोर से बोलो माइक में। अरे वो माइक क्या हुआ? Our soul is saved. ਸਾਡੀ ਜਾਨ ਬਚਾਈ ਗਈ ਹੈ। पढ़ो रोमियो 7:22 पढ़ो। ਰੋਮੀਆਂ ਦੀ ਪੱਤਰੀ 7ਵਾਂ ਅਧਿਆਇ 22 ਵਚਨ, ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ਰ ਦੇ ਕਾਨੂੰਨ ਵਿੱਚ ਆਨੰਦ ਹੁੰਦਾ ਹਾਂ, ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂੰਨ ਵੀ ਵੇਖਦਾ ਹਾਂ। क्या हुआ? What I see one somebody read it here. किसी को भी मालूम नहीं है और या पंजाबी पढ़ने के लिए। क्योंकि मैं भीतरी मनुष्य तब से तो परमेश्वर की व्यवस्था से बहुत प्रसन्न रहता हूँ, परंतु मुझे अपने अंगों में दूसरे प्रकार की व्यवस्था दिखाई पड़ती है, जो मेरी बुद्धि की व्यवस्था से लड़ती है और मुझे पाप की व्यवस्था की बंधन से डालती है, जो मेरे अंगों में है। मैं कैसा अभागा मनुष्य हूँ, मुझे इस मृत्यु की देह से कौन छुड़ाएगा? In my members there is sin. ਮੇਰੇ ਅੰਗਾਂ ਦੇ ਵਿੱਚ ਪਾਪ ਹੈ। In my members there is sin. ਮੇਰੇ ਅੰਗਾਂ ਦੇ ਵਿੱਚ ਪਾਪ ਹੈ। Remember, our natural man is buried in baptism. ਯਾਦ ਰੱਖੋ ਕਿ ਸਾਡਾ ਸੁਭਾਵਿਕ ਵਿਅਕਤੀ ਬਪਤਿਸਮੇ ਵਿੱਚ ਦਫਨਾਇਆ ਗਿਆ। Our natural man is buried in baptism. ਸਾਡਾ ਸੁਭਾਵਿਕ ਵਿਅਕਤੀ ਬਪਤਿਸਮੇ ਵਿੱਚ ਦਫਨਾਇਆ ਗਿਆ। But in separation only we told the carnal man to go away. ਪਰ ਅਸੀਂ ਅਲੈਹਦਗੀ ਦੇ ਜੀਵਨ ਵਿੱਚ ਹੀ ਸਰੀਰਿਕ ਵਿਅਕਤੀ ਨੂੰ ਦੂਰ ਜਾਣ ਲਈ ਕਹਿੰਦੇ ਹਾਂ। Please understand it carefully. ਕਿਰਪਾ ਕਰਕੇ ਇਸ ਨੂੰ ਧਿਆਨ ਨਾਲ ਸਮਝੋ। We are saints, that is true. ਅਸੀਂ ਸੰਤ ਹਾਂ, ਸੱਚ ਹੈ। Through the blood of Jesus we are washed. ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਲਹੂ ਨਾਲ ਧੋਤੇ ਗਏ। We are sealed by the Holy Spirit of promise. We are saints of God. ਅਸੀਂ ਵਾਅਦੇ ਦੇ ਪਵਿੱਤਰ ਆਤਮਾ ਦੇ ਨਾਲ ਮੋਹਰ ਲਗਾਏ ਗਏ। ਅਸੀਂ ਪਰਮੇਸ਼ਰ ਦੇ ਸੰਤ ਹਾਂ। We are belonging to Jesus. ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਹਾਂ। But in our members there is sin.
ਪਰ ਸਾਡੇ ਅੰਗਾਂ ਵਿੱਚ ਪਾਪ ਹੈ। That's why I used to say this body is our enemy. ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਸਰੀਰ ਸਾਡਾ ਦੁਸ਼ਮਣ ਹੈ। We have to bring our body under subjection by the power of the Holy Spirit. ਅਸੀਂ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਆਪਣੇ ਸਰੀਰ ਨੂੰ ਅਧੀਨ ਲਿਆਉਣਾ ਹੈ। 1 Corinthians 9:27 Apostle Paul writes, ਪਹਿਲਾ ਕੁਰਿੰਥੀਆਂ 9 ਅਧਿਆਇ 27 ਵਚਨ ਦੇ ਵਿੱਚ ਪੌਲੁਸ ਰਸੂਲ ਕਹਿੰਦਾ ਹੈ after preaching to others, I myself may not be a castaway. ਕਿ ਮੈਂ ਦੂਜਿਆਂ ਨੂੰ ਪ੍ਰਚਾਰ ਕਰਨ ਤੋਂ ਬਾਅਦ ਆਪ ਨਿਕੰਮਾ ਨਾ ਠਹਿਰਾਂ। That's why I bring my body under subjection. ਇਸ ਕਰਕੇ ਮੈਂ ਆਪਣੇ ਸਰੀਰ ਨੂੰ ਵਸ ਵਿੱਚ ਲਿਆਉਂਦਾ ਹਾਂ। If you want to keep your calling and live according to your calling, ਜੇਕਰ ਤੁਸੀਂ ਆਪਣੇ ਸੱਦੇ ਨੂੰ ਚਾਹੁੰਦੇ ਹੋ ਔਰ ਉਸ ਦੇ ਅਨੁਸਾਰ ਜੀਣਾ ਚਾਹੁੰਦੇ ਹੋ, if you have to possess that land of Canaan, ਜੇਕਰ ਤੁਸੀਂ ਉਸ ਕਨਾਨ ਦੇਸ਼ ਤੇ ਕਬਜ਼ਾ ਕਰਨਾ ਹੈ, you have to say goodbye to Lot, otherwise this carnal man will take you out of the land of Canaan. ਤੁਹਾਨੂੰ ਇਸ ਲੂਤ ਨੂੰ ਨਹੀਂ ਤਾਂ ਇਸ ਸਰੀਰਿਕ ਵਿਅਕਤੀ ਨੂੰ ਅਲਵਿਦਾ ਕਹਿਣਾ ਪਏਗਾ, ਨਹੀਂ ਤਾਂ ਇਹ ਤੁਹਾਨੂੰ ਕਨਾਨ ਦੇਸ਼ ਵਿੱਚ ਨਹੀਂ ਜਾਣ ਦੇਵੇਗਾ। Don't try to lead double life. ਦੋਹਰਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਨਾ ਕਰੋ। You cannot serve two masters. ਤੁਸੀਂ ਦੋ ਸਵਾਮੀਆਂ ਦੀ ਸੇਵਾ ਨਹੀਂ ਕਰ ਸਕਦੇ। You cannot serve God and the world. ਤੁਸੀਂ ਸੰਸਾਰ ਅਤੇ ਪਰਮੇਸ਼ਰ ਦੀ ਸੇਵਾ ਨਹੀਂ ਕਰ ਸਕਦੇ। You cannot serve God and this carnal man. ਤੁਸੀਂ ਪਰਮੇਸ਼ਰ ਅਤੇ ਸਰੀਰਿਕ ਵਿਅਕਤੀ ਦੀ ਸੇਵਾ ਨਹੀਂ ਕਰ ਸਕਦੇ। Today many people want spirituality and the carnality also. ਅੱਜ ਬਹੁਤ ਸਾਰੇ ਲੋਕ ਆਤਮਿਕਤਾ ਨੂੰ ਵੀ ਅਤੇ ਸਰੀਰਿਕਤਾ ਨੂੰ ਵੀ ਚਾਹੁੰਦੇ ਹਨ। Abraham knew about his calling. ਅਬਰਾਹਮ ਆਪਣੀ ਬੁਲਾਹਟ ਦੇ ਬਾਰੇ ਜਾਣਦਾ ਸੀ। Abraham knew about that land where he was staying. ਅਤੇ ਅਬਰਾਹਮ ਜਿਸ ਦੇਸ਼ ਵਿੱਚ ਰਹਿ ਰਿਹਾ ਸੀ ਉਸ ਦੇ ਬਾਰੇ ਵੀ ਜਾਣਦਾ ਸੀ। He is telling, if you go to the right, I will go to the left. ਉਹ ਕਹਿ ਰਿਹਾ ਹੈ ਕਿ ਜੇ ਤੂੰ ਸੱਜੇ ਜਾਏਗਾ ਤਾਂ ਮੈਂ ਖੱਬੇ ਚਲਿਆ ਜਾਵਾਂਗਾ। Please separate yourself and go away from me. ਕਿਰਪਾ ਕਰਕੇ ਤੂੰ ਆਪਣੇ ਆਪ ਨੂੰ ਮੇਰੇ ਤੋਂ ਅਲੱਗ ਕਰ ਤੇ ਮੇਰੇ ਤੋਂ ਦੂਰ ਚਲਿਆ ਜਾ। Yeah, I was astonished to see this word in Old Testament. ਅਤੇ ਅਸੀਂ ਇਹ ਪੁਰਾਣੇ ਨਿਯਮ ਦੇ ਵਿੱਚ ਇਸ ਨੂੰ ਵੇਖ ਕੇ ਹੈਰਾਨ ਹੁੰਦੇ ਹਾਂ। In the Old Testament, ਪੁਰਾਣੇ ਨਿਯਮ ਦੇ ਵਿੱਚ अपना हाथ रख के तो चुपचाप बैठ जा उधर खींच के means please understand the mind of God. ਕਿਰਪਾ ਕਰਕੇ ਪਰਮੇਸ਼ਰ ਦੇ ਮਨ ਨੂੰ ਸਮਝੋ। Please understand the mind of God. ਕਿਰਪਾ ਕਰਕੇ ਪਰਮੇਸ਼ਰ ਦੇ ਮਨ ਨੂੰ ਸਮਝੋ। Preparation is very much essential in our life. ਅਲੈਹਦਗੀ ਸਾਡੇ ਜੀਵਨ ਦੇ ਵਿੱਚ ਅਤੀ ਲੋੜੀਂਦੀ ਹੈ। Some people what they does, ਕੁਝ ਲੋਕ ਕੀ ਕਰਦੇ ਹਨ, there some puja is going on, they will go and sit there. ਜਿੱਥੇ ਕਿਤੇ ਵੀ उधर कुछ पूजा चलता है, उधर भी जाके बैठ जाएंगे. ਜਿੱਥੇ ਵੀ ਪੂਜਾ ਚੱਲਦੀ ਹੈ ਉੱਥੇ ਵੀ ਜਾ ਕੇ ਬੈਠ ਜਾਣਗੇ। Uधर there some part is going on, they will go and sit there also. ਉੱਥੇ ਕੋਈ ਪਾਠ ਚੱਲ ਰਿਹਾ ਤਾਂ ਉੱਥੇ ਵੀ ਜਾ ਕੇ ਬੈਠ ਜਾਣਗੇ। Or if some kriya is going on there, they will go and sit there also. ਜੇਕਰ ਕੋਈ ਕਿਰਿਆ ਚੱਲ ਰਹੀ ਹੈ ਤਾਂ ਉੱਥੇ ਵੀ ਜਾ ਕੇ ਬੈਠ ਜਾਣਗੇ। There also I am there, here also I am there, there also I am there. ਮੈਂ ਉੱਥੇ ਵੀ ਹਾਂ, ਇੱਥੇ ਵੀ ਹਾਂ, ਉੱਧਰ ਵੀ ਹਾਂ, ਇੱਧਰ ਵੀ ਹਾਂ। On Sunday I am here also. ਪਰ ਐਤਵਾਰ ਮੈਂ ਇੱਥੇ ਵੀ ਹਾਂ। But God have a purpose about your life. He have called you unto holiness. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ ਮਕਸਦ ਹੈ, ਉਸਨੇ ਤੁਹਾਨੂੰ ਪਵਿੱਤਰ ਜੀਵਨ ਦੇ ਲਈ ਸੱਦਿਆ ਹੈ। He have called you unto holiness. ਉਸਨੇ ਤੁਹਾਨੂੰ ਪਵਿੱਤਰਤਾ ਲਈ ਸੱਦਿਆ ਹੈ। We are holy unto God. ਅਸੀਂ ਪਰਮੇਸ਼ਰ ਦੇ ਲਈ ਪਵਿੱਤਰ ਹਾਂ। What Apostle Paul is telling, ਪੌਲੁਸ ਰਸੂਲ ਕੀ ਕਹਿ ਰਿਹਾ ਹੈ, one other man is fighting with my sinful body. ਮੇਰੇ ਪਾਪ ਭਰੇ ਸਰੀਰ ਦੇ ਵਿੱਚ ਇੱਕ ਹੋਰ ਵਿਅਕਤੀ ਲੜਾਈ ਕਰਦਾ ਹੈ। That sinful man, carnal man will not allow you to go spiritually. ਉਹ ਪਾਪ ਭਰਿਆ ਵਿਅਕਤੀ ਔਰ ਸ਼ਰੀਰੀ ਵਿਅਕਤੀ ਸਾਨੂੰ ਆਤਮਿਕਤਾ ਵਿੱਚ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। I want to please that man, this man, that man. ਮੈਂ ਇਸ ਵਿਅਕਤੀ ਨੂੰ, ਉਸ ਵਿਅਕਤੀ ਨੂੰ, ਉਹਨੂੰ ਇਹਨੂੰ ਖੁਸ਼ ਕਰਨਾ ਚਾਹੁੰਦਾ If you ਹਾਂ। want to please God, ਜੇਕਰ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ if you ਚਾਹੁੰਦੇ ਹੋ, want to do the will of God, ਜੇਕਰ ਤੁਸੀਂ ਪਰਮੇਸ਼ਰ ਦੀ ਇੱਛਾ ਕਰਨੀ ਚਾਹੁੰਦੇ dear ਹੋ, brother, dear sister, ਪਿਆਰੇ ਭੈਣੋ ਅਤੇ you ਭਰਾਵੋ, have to leave the world and the pleasures of the world. ਤੁਹਾਨੂੰ ਸੰਸਾਰ ਅਤੇ ਸੰਸਾਰ ਦੀਆਂ ਖੁਸ਼ੀਆਂ ਨੂੰ ਛੱਡਣਾ ਪਏਗਾ। You cannot please the world and God together. ਤੁਸੀਂ ਸੰਸਾਰ ਅਤੇ ਪਰਮੇਸ਼ਰ ਨੂੰ ਇਕੱਠਿਆਂ ਪ੍ਰਸੰਨ ਨਹੀਂ ਕਰ ਸਕਦੇ। Abraham told his Lot, you may be my brother's son, please leave and go. ਅਬਰਾਹਮ ਨੇ ਲੂਤ ਨੂੰ ਕਿਹਾ ਕਿ ਤੂੰ ਬੇਸ਼ੱਕ ਮੇਰੇ ਭਰਾ ਦਾ ਪੁੱਤਰ ਹੈ, ਪਰ ਤੂੰ ਮੈਨੂੰ ਛੱਡ ਕੇ ਚਲਿਆ ਜਾ। In the 14th verse only, 14ਵੇਂ ਵਚਨ ਦੇ ਵਿੱਚ, chapter 13 verse 14, 13 ਅਧਿਆਇ 14 ਵਚਨ, there only God is telling to Abraham, this land where you stay, I will give thee. ਉੱਥੇ ਹੀ ਪਰਮੇਸ਼ਰ ਅਬਰਾਹਮ ਨੂੰ ਕਹਿ ਰਿਹਾ ਹੈ ਕਿ ਜਿਸ ਜਗ੍ਹਾ ਤੇ ਤੂੰ ਰਹਿ ਰਿਹਾ ਹੈ ਇਹ ਦੇਸ਼ ਮੈਂ ਤੈਨੂੰ ਦੇ ਦਿਆਂਗਾ। When Lot is there, God could not say, this land I will give you. ਜਦੋਂ ਲੂਤ ਉੱਥੇ ਸੀ ਤਾਂ ਪਰਮੇਸ਼ਰ ਉਸ ਨੂੰ ਇਹ ਨਹੀਂ ਕਹਿ ਸਕਿਆ ਕਿ ਮੈਂ ਇਹ ਦੇਸ਼ ਤੈਨੂੰ ਦਿਆਂਗਾ। But after Lot is separated, you got a new revelation. ਪਰ ਲੂਤ ਦੇ ਅਲੱਗ ਹੋਣ ਤੋਂ ਬਾਅਦ ਉਸ ਨੂੰ ਇੱਕ ਨਵਾਂ ਪ੍ਰਕਾਸ਼ ਮਿਲਿਆ। He have got a new
revelation about the land where he was. ਅਤੇ ਜਿਸ ਜਗ੍ਹਾ ਤੇ ਸੀ ਉਸ ਨੂੰ ਉਸ ਜਗ੍ਹਾ ਦੇ ਬਾਰੇ ਨਵਾਂ ਪ੍ਰਕਾਸ਼ ਮਿਲਿਆ। Please, people of Punjab, understand this. ਕਿਰਪਾ ਕਰਕੇ ਪੰਜਾਬ ਦੇ ਲੋਕੋ ਇਸ ਗੱਲ ਨੂੰ ਸਮਝੋ। God have a plan about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ God ਯੋਜਨਾ ਹੈ। has called you with a purpose. ਪਰਮੇਸ਼ਰ ਨੇ ਤੁਹਾਨੂੰ ਇੱਕ ਮਕਸਦ ਨਾਲ ਸੱਦਿਆ ਹੈ। Understand the purpose of your calling. ਆਪਣੇ ਸੱਦੇ ਜਾਣ ਦੇ ਮਕਸਦ ਨੂੰ ਸਮਝੋ। We are not like other Christians. ਅਸੀਂ ਦੂਜੇ ਮਸੀਹਾਂ ਦੀ ਤਰ੍ਹਾਂ ਨਹੀਂ ਹਾਂ। They will come only up to salvation or baptism. ਉਹ ਕੇਵਲ ਮੁਕਤੀ ਜਾਂ ਬਪਤਿਸਮੇ ਤੱਕ ਹੀ ਆਉਣਗੇ। Today, so-called Azad people try to make the people blind in different ways. ਅੱਜ ਆਜ਼ਾਦ ਅਖਵਾਉਣ ਵਾਲੇ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਅਨਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। God have a great purpose about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ ਮਹਾਨ ਮਕਸਦ ਹੈ। What is the purpose of God concerning our life? ਸਾਡੇ ਜੀਵਨ ਦੇ ਪ੍ਰਤੀ ਪਰਮੇਸ਼ਰ ਦਾ ਮਕਸਦ ਕੀ ਹੈ? What do we read in Romans chapter 8? ਅਸੀਂ ਰੋਮੀਆਂ ਦੀ ਪੱਤਰੀ 8ਵੇਂ ਅਧਿਆਇ ਵਿੱਚ ਕੀ ਪੜ੍ਹਦੇ ਹਾਂ? In the 20th verse. 20 ਵਚਨ। For the creature was made subject to vanity, Chapter 8 verse 29. for whom he did foreknew, he also did predestinate to be conformed to the image of his Son, that He have foreknown you, predestinated you, that you should be conformed to the image of His Son. ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਭਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ। Means what is the plan of, for what purpose the Lord has called you? ਇਸ ਦਾ ਮਤਲਬ ਕਿ ਕਿਸ ਮਕਸਦ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ। Not to become like pastor, ਪਾਸਟਰ ਦੀ ਤਰ੍ਹਾਂ ਬਣਨ ਦੇ ਲਈ ਨਹੀਂ, not to become like sister, ਸਿਸਟਰ ਦੀ ਤਰ੍ਹਾਂ ਬਣਨ ਦੇ ਲਈ ਨਹੀਂ, not to become like that old believer. ਕਿਸੇ ਪੁਰਾਣੇ ਵਿਸ਼ਵਾਸੀ ਦੇ ਵਰਗਾ ਬਣਨ ਦੇ ਲਈ You ਨਹੀਂ। have to put on the very glorious image of His Son, Jesus. ਤੁਸੀਂ ਉਸ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਜਲਾਲੀ ਸਰੂਪ ਨੂੰ ਧਾਰਨ ਕਰਨਾ ਹੈ। Dear brother, dear sister, please understand it. ਪਿਆਰੇ ਭੈਣੋ ਤੇ ਭਰਾਵੋ ਕਿਰਪਾ ਕਰਕੇ ਇਸ ਨੂੰ ਸਮਝ ਜਾਓ। बच्चों बोलो किसके लिए परमेश्वर आपको बुलाया? ਬੱਚੇ ਦੱਸੋ ਪਰਮੇਸ਼ਰ ਨੇ ਤੁਹਾਨੂੰ ਕਾਹਦੇ ਲਈ ਸੱਦਿਆ? किसका मानंद बदलने के लिए? मुंह खोल के बोला, यीशु का मानंद। ਯੀਸ਼ੂ ਦੇ ਵਰਗਾ। Today what are we doing? ਅੱਜ ਅਸੀਂ ਕੀ ਕਰ ਰਹੇ ਹਾਂ? That man is doing like that. ਹਾਂ ਉਹ ਵਿਅਕਤੀ ਇਸ ਤਰ੍ਹਾਂ ਕਰ ਰਿਹਾ ਹੈ। This man is going there. ਇਹ ਵਿਅਕਤੀ ਉੱਥੇ ਜਾ ਰਿਹਾ ਹੈ। I am better than him. ਮੈਂ I ਉਸ am ਤੋਂ all ਬਿਹਤਰ right. ਹਾਂ। I am all right. ਮੈਂ ਬਿਲਕੁਲ ਠੀਕ ਹਾਂ। No pattern given to you. ਤੁਹਾਨੂੰ ਕੋਈ ਵੀ ਹੋਰ ਨਮੂਨਾ ਨਹੀਂ ਦਿੱਤਾ ਗਿਆ। You got only one pattern. ਤੁਹਾਨੂੰ ਕੇਵਲ ਇੱਕ ਹੀ ਨਮੂਨਾ ਦਿੱਤਾ ਗਿਆ ਹੈ। What is our pattern? ਸਾਡਾ ਨਮੂਨਾ ਕੀ ਹੈ? What is our pattern? ਸਾਡਾ ਨਮੂਨਾ ਕੀ ਹੈ? Jesus. ਯੀਸ਼ੂ ਮਸੀਹ। We have got only one measuring rod. ਸਾਡਾ ਕੇਵਲ ਇੱਕ ਹੀ ਮਾਪਦੰਡ ਹੈ। That is Jesus. ਉਹ ਪ੍ਰਭੂ ਯੀਸ਼ੂ ਮਸੀਹ We ਹੈ। have to become like Jesus. ਅਸੀਂ ਪ੍ਰਭੂ ਯੀਸ਼ੂ ਦੇ ਮਸੀਹ ਦੇ ਵਰਗੇ ਬਣਨਾ ਹੈ। We need a great thirst in our life. ਸਾਡੇ ਜੀਵਨ ਦੇ ਵਿੱਚ ਸਾਨੂੰ ਇੱਕ ਵੱਡੀ ਪਿਆਸ ਦੀ ਜ਼ਰੂਰਤ ਹੈ। Lord, I want to become like Thee. ਪ੍ਰਭੂ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ ਹਾਂ। I want to become like Thee. ਮੈਂ ਤੇਰੇ ਵਰਗਾ ਬਣਨਾ ਚਾਹੁੰਦਾ We ਹਾਂ। need a great groaning in our life. ਸਾਡੇ ਜੀਵਨ ਦੇ ਅੰਦਰ ਸਾਨੂੰ ਇੱਕ ਵੱਡੀ ਕਰਾਹਟ ਦੀ ਜ਼ਰੂਰਤ ਹੈ। Lord, fulfill Thy purpose in me. ਪ੍ਰਭੂ ਤੂੰ ਆਪਣੇ ਮਕਸਦ ਨੂੰ ਮੇਰੇ ਵਿੱਚ ਪੂਰਾ ਕਰ। Fulfill Thy plan in me. ਮੇਰੇ ਵਿੱਚ ਆਪਣੀ ਯੋਜਨਾ ਨੂੰ ਪੂਰਾ ਕਰ। Lord, not my will. ਪ੍ਰਭੂ ਮੇਰੀ ਇੱਛਾ ਨਹੀਂ, Not my plan. ਮੇਰੀ ਯੋਜਨਾ ਨਹੀਂ, Not my ways. ਮੇਰਾ ਰਸਤਾ ਨਹੀਂ, Let Thy perfect will be done. ਕਿ ਤੇਰੀ ਸਿੱਧ ਇੱਛਾ ਪੂਰੀ ਹੋਵੇ। How many of you want to become like Jesus? ਤੁਹਾਡੇ ਵਿੱਚੋਂ ਕਿੰਨੇ ਯੀਸ਼ੂ ਮਸੀਹ ਵਾਂਗ ਬਣਨਾ ਚਾਹੁੰਦੇ ਹਨ? Lift up both of your hands. ਆਪਣੇ ਦੋਵੇਂ ਹੱਥ ਖੜੇ ਕਰੋ। I want to become like Jesus. ਮੈਂ ਯੀਸ਼ੂ ਦੇ ਵਾਂਗ ਬਣਨਾ ਚਾਹੁੰਦਾ ਹਾਂ। Praise God for grace. ਉਸ ਕਿਰਪਾ ਦੇ ਲਈ ਪਰਮੇਸ਼ਰ ਦੀ ਤਾਰੀਫ ਕਰਾਂਗੇ। Praise the Lord. 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 For what did you praise God? ਤੁਸੀਂ ਕਿਸ ਦੇ ਲਈ ਪਰਮੇਸ਼ਰ ਦੀ ਤਾਰੀਫ ਕੀਤੀ ਹੈ? I want to become like ਤੁਸੀਂ ਕਿਸ ਦੇ ਲਈ Jesus. ਕੀ ਤੁਸੀਂ ਯੀਸ਼ੂ ਦੇ ਵਾਂਗ ਬਣਨਾ I ਚਾਹੁੰਦੇ ਹੋ? want to put on the glorious image of Jesus. ਕੀ ਤੁਸੀਂ ਪ੍ਰਭੂ ਯੀਸ਼ੂ ਮਸੀਹ ਦਾ ਜਲਾਲੀ ਸਰੂਪ ਧਾਰਨ ਕਰਨਾ ਚਾਹੁੰਦੇ ਹੋ? सफेद कपड़ा पहनने से यीशु को मानंद बन जाएंगे? ਸਫੇਦ ਕੱਪੜੇ ਪਾਉਣ ਦੇ ਨਾਲ ਯੀਸ਼ੂ ਵਰਗੇ ਬਣ ਜਾਵਾਂਗੇ? बन जाएंगे? We have to put on the glorious nature of Christ. ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਜਲਾਲੀ ਸੁਭਾਅ ਨੂੰ ਧਾਰਨ ਕਰਨਾ ਹੈ।
we should put on the glorious image of Jesus. ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਲਾਲੀ ਸਰੂਪ ਨੂੰ ਧਾਰਨ ਕਰਨਾ ਚਾਹੀਦਾ ਹੈ। You know, in the Bible, ਬਾਈਬਲ ਦੇ ਵਿੱਚ Catholic people have kept one other portion called Apocrypha. ਕੈਥੋਲਿਕ ਦੇ ਲੋਕਾਂ ਨੇ ਇੱਕ ਦੂਜਾ ਹਿੱਸਾ ਰੱਖਿਆ ਹੋਇਆ ਹੈ ਜਿਸ ਨੂੰ I don't know, the Bible is, the other people are not accepting that portion. ਦੂਜੇ ਲੋਕ ਉਸ ਹਿੱਸੇ ਨੂੰ ਸਵੀਕਾਰ ਨਹੀਂ ਕਰਦੇ ਹਨ। One day, Jesus was traveling with his disciples. ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਆਪਣੇ ਚੇਲਿਆਂ ਨਾਲ ਯਾਤਰਾ ਕਰ ਰਹੇ ਸਨ। There was a dead dog. ਇਹ ਉੱਥੇ ਇੱਕ ਮਰਿਆ ਹੋਇਆ ਕੁੱਤਾ ਸੀ। All people closed their nose. ਸਾਰੇ ਲੋਕਾਂ ਨੇ ਆਪਣੇ ਨੱਕ ਬੰਦ ਕਰ ਲਏ। At that time, Jesus told, ਉਸ ਸਮੇਂ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, you know, you all are closing your nose, telling it is foul smelling. ਤੁਸੀਂ ਜਾਣਦੇ ਹੋ ਕਿ ਸਭ ਨੇ ਇਸ ਗੰਦੀ ਬਦਬੂ ਤੋਂ ਆਪਣੇ ਨੱਕ ਬੰਦ ਕਰ ਲਏ ਹਨ। But to see that beautiful teeth of that dog, ਪਰ ਉਸ ਕੁੱਤੇ ਦੇ ਬਹੁਤ ਸੋਹਣੇ ਦੰਦਾਂ ਨੂੰ ਵੇਖੋ। it is dead and decayed, ਇਹ ਮਰ ਗਿਆ ਹੈ, ਸੜਾਂਦ ਆ ਰਹੀ ਹੈ, but beautiful teeth. ਪਰ ਬਹੁਤ ਹੀ ਸੁੰਦਰ ਦੰਦ। You know, what is the nature of Christ? ਤੁਸੀਂ ਜਾਣਦੇ ਹੋ ਕਿ ਮਸੀਹ ਦਾ ਸੁਭਾਅ He ਕੀ ਹੈ? will never find fault with others. ਉਹ ਕਦੇ ਵੀ ਦੂਜਿਆਂ ਦੇ ਵਿੱਚ ਗਲਤੀਆਂ ਨੂੰ ਨਹੀਂ ਲੱਭਦਾ। If Jesus would have been finding fault with you and me, ਜੇਕਰ ਪ੍ਰਭੂ ਯੀਸ਼ੂ ਮਸੀਹ ਨੇ ਤੁਹਾਡੇ ਤੇ ਮੇਰੇ ਵਿੱਚ ਗਲਤੀਆਂ ਲੱਭੀਆਂ ਹੁੰਦੀਆਂ what would have happened to us? ਤਾਂ ਸਾਡੇ ਨਾਲ ਕੀ ਹੋਇਆ ਹੁੰਦਾ? We'd have been destroyed long ago. ਤਾਂ ਅਸੀਂ ਕਿੰਨੀ ਦੇਰ ਪਹਿਲਾਂ ਨਾਸ਼ ਹੋ ਚੁੱਕੇ ਹੁੰਦੇ। But what is your nature today? ਪਰ ਅੱਜ ਤੁਹਾਡਾ ਸੁਭਾਅ ਕੀ ਹੈ? Finding fault with others. ਦੂਜਿਆਂ ਦੇ ਵਿੱਚ ਗਲਤੀਆਂ ਲੱਭਣੀਆਂ। How is that, pastor? ਉਹ ਪਾਸਟਰ ਕਿਸ ਤਰ੍ਹਾਂ ਦਾ How ਹੈ? is that, brother? ਉਹ ਬ੍ਰਦਰ ਕਿਸ ਤਰ੍ਹਾਂ ਦਾ How ਹੈ? is that, sister? ਉਹ ਸਿਸਟਰ ਕਿਸ How ਤਰ੍ਹਾਂ ਦੀ is ਹੈ? that, mother? ਉਹ ਮਦਰ ਕਿਸ ਤਰ੍ਹਾਂ How ਦੀ is ਹੈ? that, believer? ਉਹ ਵਿਸ਼ਵਾਸੀ ਕਿਸ ਤਰ੍ਹਾਂ ਦਾ ਹੈ? He is not like that. He is like this, like this, like this. ਉਹ ਉਸ ਤਰ੍ਹਾਂ ਦਾ ਨਹੀਂ ਹੈ, ਇਸ ਤਰ੍ਹਾਂ ਦਾ ਹੈ, ਇਸ ਤਰ੍ਹਾਂ ਦਾ ਹੈ। Put away that eye. ਉਸ ਅੱਖ ਨੂੰ ਦੂਰ ਕਰ ਦਿਓ। You look to your own self ਤੁਸੀਂ ਆਪਣੇ ਆਪ ਦੇ ਵੱਲ ਵੇਖੋ and say, ਅਤੇ ਕਹੋ, Lord, I want to become like thee. ਪ੍ਰਭੂ ਮੈਂ ਤੇਰੇ ਵਾਂਗ ਬਣਨਾ ਚਾਹੁੰਦਾ ਹਾਂ। For what is the purpose of God about our life? ਸਾਡੇ ਜੀਵਨ ਦੇ ਪ੍ਰਤੀ ਪਰਮੇਸ਼ਰ ਦਾ ਮਕਸਦ ਕੀ ਹੈ? We should become like Jesus. ਸਾਨੂੰ ਯੀਸ਼ੂ ਦੇ ਵਾਂਗ ਬਣਨਾ ਚਾਹੀਦਾ He ਹੈ। called us to become like Jesus. ਅਸੀਂ ਯੀਸ਼ੂ ਦੇ ਵਾਂਗ ਬਣਨ ਲਈ ਸੱਦੇ ਗਏ ਹਾਂ। Whom He have predestinated and pre-known, He have called us. ਜਿਨ੍ਹਾਂ ਨੂੰ ਉਸਨੇ ਪਹਿਲਾਂ ਜਾਣਿਆ, ਉਹਨਾਂ ਨੂੰ ਠਹਿਰਾਇਆ, ਉਹਨਾਂ ਨੂੰ ਸੱਦਿਆ ਵੀ। Whom He have called, He made them righteous. ਜਿਨ੍ਹਾਂ ਨੂੰ ਉਸਨੇ ਸੱਦਿਆ, ਉਹਨਾਂ ਨੂੰ ਉਸਨੇ ਧਰਮੀ ਵੀ ਠਹਿਰਾਇਆ। Read that word down. For whom he did foreknow, he did also predestinate to be conformed to the image of his Son, that he might be the firstborn among many brethren. Moreover, whom he did predestinate, them he also called, and whom he called, them he also justified, and whom he justified, them he also glorified. ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ, ਉਹਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਭਈ ਉਹਦੇ ਪੁੱਤਰ ਦੇ ਸਰੂਪ ਉਤੇ ਬਣ, ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ। ਅਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਠਹਿਰਾਇਆ, ਉਸਨੇ ਉਹਨਾਂ ਨੂੰ ਸੱਦਿਆ ਵੀ, ਅਤੇ ਜਿਨ੍ਹਾਂ ਨੂੰ ਉਸਨੇ ਸੱਦਿਆ, ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ, ਉਹਨਾਂ ਨੂੰ ਵਡਿਆਈ ਵੀ ਦਿੱਤੀ। Mean He have foreknown us. ਇਸ ਦਾ ਮਤਲਬ ਕਿ ਉਸਨੇ ਸਾਨੂੰ ਪਹਿਲਾਂ ਤੋਂ ਹੀ ਜਾਣ ਲਿਆ। He predestinated us. ਉਸਨੇ ਸਾਨੂੰ ਪਹਿਲਾਂ ਤੋਂ ਹੀ ਠਹਿਰਾਇਆ। Then He have called us. ਫਿਰ ਉਸਨੇ ਸਾਨੂੰ ਸੱਦਿਆ। He have justified us. ਉਸਨੇ ਸਾਨੂੰ ਧਰਮੀ ਠਹਿਰਾਇਆ। And you want to glorify us. ਤੇ ਉਹ ਸਾਨੂੰ ਵਡਿਆਈ ਵੀ ਦੇਣਾ ਚਾਹੁੰਦਾ ਹੈ। From the day we had taken baptism, ਜਿਸ ਦਿਨ ਤੋਂ ਅਸੀਂ ਬਪਤਿਸਮਾ ਲਿਆ ਹੈ, the Lord have made us righteous. ਪਰਮੇਸ਼ਰ ਨੇ ਸਾਨੂੰ ਧਰਮੀ ਠਹਿਰਾਇਆ ਹੈ। He has justified us through His blood. He has justified us through His word. ਉਸਨੇ ਸਾਨੂੰ ਆਪਣੇ ਲਹੂ ਅਤੇ ਵਚਨ ਦੇ ਨਾਲ ਧਰਮੀ ਠਹਿਰਾਇਆ ਹੈ। The Spirit of glory He has given to us. ਅਤੇ ਉਸਨੇ ਸਾਨੂੰ ਜਲਾਲ ਦਾ ਆਤਮਾ ਵੀ ਦਿੱਤਾ ਹੈ। 1 Peter chapter 4 verse 14 says, ਪਹਿਲਾ ਪਤਰਸ 4 ਅਧਿਆਇ 14 ਵਚਨ ਕਹਿੰਦਾ the ਹੈ, Holy Spirit is called the Spirit of glory, ਪਵਿੱਤਰ ਆਤਮਾ ਜਲਾਲ ਦਾ ਆਤਮਾ ਖਵਾਉਂਦਾ ਹੈ। giving us the anointing of the Holy Spirit. ਪਵਿੱਤਰ ਆਤਮਾ ਦਾ ਮਸਾ ਸਾਨੂੰ ਦੇਣਾ। He have started a work of glorification in our life. ਉਸਨੇ ਸਾਡੇ ਜੀਵਨ ਦੇ ਵਿੱਚ ਵਡਿਆਏ ਜਾਣ ਦਾ ਕੰਮ ਸ਼ੁਰੂ ਕੀਤਾ ਹੈ। Dear brother, dear sister, ਪਿਆਰੇ ਭੈਣੋ ਤੇ ਭਰਾਵੋ, we had to receive the very glory of Jesus. ਅਸੀਂ ਪ੍ਰਭੂ ਯੀਸ਼ੂ ਮਸੀਹ ਦੀ ਉਸੇ ਮਹਿਮਾ ਨੂੰ ਪ੍ਰਾਪਤ ਕਰਨਾ ਹੈ। What is our hope?
ਸਾਡੀ ਆਸ ਕੀ ਹੈ? What is our hope? ਸਾਡੀ ਆਸ ਕੀ ਹੈ? Now we are the sons of God. ਹੁਣ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ। We know not what we shall be. ਅਸੀਂ ਨਹੀਂ ਜਾਣਦੇ ਕਿ ਅਸੀਂ ਕਿਹੋ ਜਿਹੇ ਹੋਵਾਂਗੇ, One thing we know, ਪਰ ਇੱਕ ਗੱਲ ਅਸੀਂ ਜਾਣਦੇ when ਹਾਂ, he shall appear, we shall see him as he is. ਜਦੋਂ ਪ੍ਰਗਟ ਹੋਵੇਗਾ ਤਾਂ ਉਹ ਜਿਹਾ ਹੈ ਤਿਹਾ ਹੀ ਅਸੀਂ ਉਸ ਨੂੰ ਵੇਖਾਂਗੇ, And we shall become like Jesus. ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਵਾਂਗ ਬਣਾਂਗੇ। 1 John 3:2. ਪਹਿਲਾ यूहन्ना 3 अध्याय 2 वचन। Today we are the sons of God. पढ़ो जल्दी पंजाबी में। हे ਪਿਆਰਿਓ, ਅਸੀਂ ਹੁਣ ਪਰਮੇਸ਼ਰ ਦੇ ਬਾਲਕ ਹਾਂ ਅਤੇ ਅਜੇ ਇਹ ਪ੍ਰਗਟ ਨਹੀਂ ਹੋਇਆ ਭਈ ਅਸੀਂ ਕੀ ਕੁਝ ਹੋਵਾਂਗੇ। ਅਸੀਂ ਇਹ ਜਾਣਦੇ ਹਾਂ ਭਈ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਹਦੇ ਵਰਗੇ ਹੋਵਾਂਗੇ, ਕਿਉਂ ਜੋ ਜਿਹਾ ਹੈ ਤਿਹਾ ਹੀ ਉਹਨੂੰ ਵੇਖਾਂਗੇ। We will become like him. ਅਸੀਂ ਉਸ ਦੇ ਵਾਂਗ ਬਣਾਂਗੇ। For what he called us? ਉਸਨੇ ਸਾਨੂੰ ਕਿਸ ਦੇ ਲਈ ਸੱਦਿਆ? He called us to become like Jesus. ਉਸਨੇ ਸਾਨੂੰ ਪ੍ਰਭੂ ਯੀਸ਼ੂ ਮਸੀਹ ਵਾਂਗ ਬਣਨ ਲਈ ਸੱਦਿਆ ਹੈ। Today we are going to pray for some time. ਅੱਜ ਅਸੀਂ ਕੁਝ ਦੇਰ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ। So many natures in our life against the image of Jesus, against the Lord. ਪ੍ਰਭੂ ਯੀਸ਼ੂ ਮਸੀਹ ਦੇ ਸਰੂਪ ਦੇ ਵਿਰੁੱਧ ਅਤੇ ਪਰਮੇਸ਼ਰ ਦੇ ਸਰੂਪ ਦੇ ਵਿਰੁੱਧ ਬਹੁਤ ਸਾਰੇ ਸੁਭਾਅ ਸਾਡੇ ਅੰਦਰ ਕੰਮ ਕਰਦੇ We ਹਨ। are going to pray. ਅਸੀਂ ਪ੍ਰਾਰਥਨਾ ਕਰਨ ਜਾ ਰਹੇ ਹਾਂ God may sanctify us. ਕਿ ਪਰਮੇਸ਼ਰ ਸਾਨੂੰ ਪਵਿੱਤਰ ਕਰੇ। Let us all sit on the knees for some time. ਆਓ ਅਸੀਂ ਸਾਰੇ ਥੋੜੀ ਦੇਰ ਦੇ ਲਈ ਗੋਡਿਆਂ ਤੇ ਬੈਠ ਜਾਈਏ। All of you sit on the knees. ਸਾਰੇ ਗੋਡਿਆਂ ਤੇ ਬੈਠ ਜਾਓ। Coming to Pentecost is not enough. ਪੰਤੇਕੁਸਤ ਵਿੱਚ ਆਉਣਾ ਹੀ ਕਾਫੀ ਨਹੀਂ ਹੈ। Becoming a Pentecostal man is not enough. ਪੰਤੇਕੁਸਤ ਦਾ ਆਦਮੀ ਬਣਨਾ ਹੀ ਕਾਫੀ ਨਹੀਂ We ਹੈ। have to receive the glorious image of Christ in our life. ਅਸੀਂ ਆਪਣੇ ਜੀਵਨ ਵਿੱਚ ਪ੍ਰਭੂ ਯੀਸ਼ੂ ਮਸੀਹ ਦਾ ਜਲਾਲੀ ਸਰੂਪ ਨੂੰ ਧਾਰਨ ਕਰਨਾ ਹੈ। Otherwise we will be left behind in the coming of the Lord. ਨਹੀਂ ਤਾਂ ਅਸੀਂ ਪ੍ਰਭੂ ਦੀ ਆਮਦ ਵਿੱਚ ਪਿੱਛੇ ਛੱਡੇ ਜਾਵਾਂਗੇ। Dear brother, dear sister, ਪਿਆਰੇ ਭੈਣੋ ਤੇ the ਭਰਾਵੋ, Lord have foreknown you. ਪਰਮੇਸ਼ਰ ਨੇ ਤੁਹਾਨੂੰ ਪਹਿਲਾਂ ਹੀ ਜਾਣ ਲਿਆ The ਹੈ। Lord have predestinated you. ਪਰਮੇਸ਼ਰ ਨੇ ਤੁਹਾਨੂੰ ਪਹਿਲਾਂ ਹੀ ਠਹਿਰਾਇਆ ਹੈ। For what? ਕਿਸ ਦੇ ਲਈ? You should put on the glorious image of Christ. ਤਾਂ ਕਿ ਤੁਸੀਂ ਮਸੀਹ ਦਾ ਜਲਾਲੀ ਸਰੂਪ ਨੂੰ ਧਾਰਨ ਕਰੋ। You and me should become like Jesus. ਤੁਹਾਨੂੰ ਤੇ ਮੈਨੂੰ ਯੀਸ਼ੂ ਦੇ ਵਾਂਗ ਬਣਨਾ ਚਾਹੀਦਾ ਹੈ। He has justified us. ਉਸਨੇ ਸਾਨੂੰ ਧਰਮੀ ਠਹਿਰਾਇਆ ਹੈ। Today you want to do, He is doing a work of glorification in our life. ਅੱਜ ਉਹ ਸਾਡੇ ਜੀਵਨ ਦੇ ਵਿੱਚ ਵਡਿਆਏ ਜਾਣ ਦਾ ਕੰਮ ਕਰਨਾ ਚਾਹੁੰਦਾ He ਹੈ। is doing a work of glorification in our life. ਉਹ ਸਾਡੇ ਜੀਵਨ ਵਿੱਚ ਵਡਿਆਏ ਜਾਣ ਦਾ ਕੰਮ ਕਰਨਾ ਚਾਹੁੰਦਾ ਹੈ। The Old Testament saint Abraham, he followed the Lord. ਪੁਰਾਣੇ ਨਿਯਮ ਦਾ ਸੰਤ ਅਬਰਾਹਮ ਪਰਮੇਸ਼ਰ ਦੇ ਪਿੱਛੇ ਚੱਲਿਆ, But he could not become like Jesus. ਪਰ ਉਹ ਪ੍ਰਭੂ ਯੀਸ਼ੂ ਮਸੀਹ ਦੇ ਵਾਂਗ ਨਹੀਂ ਬਣ ਸਕਿਆ। But you and me can come unto the glorious image of Christ. ਪਰ ਤੁਸੀਂ ਅਤੇ ਮੈਂ ਪ੍ਰਭੂ ਯੀਸ਼ੂ ਮਸੀਹ ਦਾ ਜਲਾਲੀ ਸਰੂਪ ਤੇ ਆ ਸਕਦੇ ਹਾਂ। How many unwanted natures are there in our life? ਕਿੰਨੇ ਅਣਇੱਛਿਤ ਸੁਭਾਅ ਸਾਡੇ ਜੀਵਨ ਵਿੱਚ ਕੰਮ ਕਰਦੇ ਹਨ। How many a time we lost our temper and fought with others? ਕਿੰਨੀ ਵਾਰ ਅਸੀਂ ਆਪਣੇ ਧੀਰਜ ਨੂੰ ਖੋ ਬੈਠੇ ਤੇ ਦੂਜਿਆਂ ਨਾਲ ਲੜਾਈ ਕੀਤੀ। How many a time without looking into our life we started finding fault with others? ਕਿੰਨੀ ਵਾਰ ਅਸੀਂ ਆਪਣੇ ਜੀਵਨ ਨੂੰ ਵੇਖੇ ਬਿਨਾਂ ਦੂਜਿਆਂ ਵਿੱਚ ਗਲਤੀਆਂ Amen. ਲੱਭਣੀਆਂ ਸ਼ੁਰੂ ਕੀਤੀਆਂ। Today close your eyes. ਅੱਜ ਆਪਣੀਆਂ ਅੱਖਾਂ ਨੂੰ ਬੰਦ ਕਰੋ, Look into your own life. ਆਪਣੇ ਜੀਵਨ ਦੇ ਅੰਦਰ ਵੇਖੋ। God have a plan about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ God have ਯੋਜਨਾ, an eternal purpose about your life. ਪਰਮੇਸ਼ਰ ਦਾ ਤੁਹਾਡੇ ਜੀਵਨ ਦੇ ਪ੍ਰਤੀ God ਸਦੀਵ wants to ਮਕਸਦ bring ਹੈ। you to the very closest image of Christ. ਪਰਮੇਸ਼ਰ ਤੁਹਾਨੂੰ ਮਸੀਹ ਦੇ ਉਸ ਜਲਾਲੀ ਸਰੂਪ ਤੇ ਲੈ ਕੇ ਜਾਣਾ ਚਾਹੁੰਦਾ ਹੈ। Confess and pray. ਇਕਰਾਰ ਕਰੋ ਤੇ ਪ੍ਰਾਰਥਨਾ Confess ਕਰੋ। and pray. ਇਕਰਾਰ ਕਰਕੇ ਪ੍ਰਾਰਥਨਾ ਕਰੋ। Lord, these natures are taking me away from thy image. ਪਰਮੇਸ਼ਰ ਇਹ ਸੁਭਾਅ ਮੈਨੂੰ ਤੇਰੇ ਸਰੂਪ ਤੋਂ ਦੂਰ ਲੈ ਕੇ ਜਾ ਰਹੇ ਹਨ। Amen. Many a time, ਬਹੁਤ ਵਾਰ without looking to my life, I look to others. ਮੈਂ ਆਪਣੇ ਜੀਵਨ ਨੂੰ ਦੇਖੇ ਬਿਨਾਂ ਦੂਜਿਆਂ ਨੂੰ ਦੇਖਿਆ। Forgive me, O God. हे प्रभु ਮੈਨੂੰ ਮਾਫ ਕਰ। Forgive me, O God. हे प्रभु ਮੈਨੂੰ ਮਾਫ ਕਰ। Sanctify me, O God. हे प्रभु ਮੈਨੂੰ ਮਾਫ ਕਰ। Some or other perfect thy work in me. ਤੂੰ ਆਪਣਾ ਸਿੱਧ ਕੰਮ ਨੂੰ ਮੇਰੇ ਅੰਦਰ ਪੂਰਾ ਕਰ। All cry and pray. ਸਾਰੇ ਦੁਹਾਈ ਦੇ ਕੇ ਪ੍ਰਾਰਥਨਾ All ਕਰੋ। cry and pray for some ਸਾਰੇ time. ਕੁਝ ਦੇਰ ਲਈ ਦੁਹਾਈ ਦੇ ਕੇ ਪ੍ਰਾਰਥਨਾ I ਕਰੋ। want to become like Jesus. ਮੈਂ ਯੀਸ਼ੂ ਦੇ ਵਾਂਗ ਬਣਨਾ ਚਾਹੁੰਦਾ I ਹਾਂ। want to become like Jesus. ਮੈਂ ਯੀਸ਼ੂ ਦੇ ਵਾਂਗ ਬਣਨਾ ਚਾਹੁੰਦਾ I ਹਾਂ। want the image of Jesus. ਮੈਂ ਯੀਸ਼ੂ ਦਾ ਸਰੂਪ ਨੂੰ ਧਾਰਨ ਕਰਨਾ ਚਾਹੁੰਦਾ ਹਾਂ। Hallelujah. Rabalabakatura balabakatura balabakashakatura bania dakaturenia. Hallelujah. 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 Rabalabakatura balabakatura balakatura bautuna. Kribilabakatura bakatura bashatura bana bauturenia. Amen.
Amen. As you pray, anointing is going to come upon you. ਜਿਸ ਤਰ੍ਹਾਂ ਹੀ ਤੁਸੀਂ ਦੁਆ ਕਰ ਰਹੇ ਹੋ ਇੱਕ ਮਸਾ ਤੁਹਾਡੇ ਉੱਤੇ ਆ ਰਿਹਾ ਹੈ Amen. Lord, sanctify the church, oh God. Sanctify everyone, oh God. Hallelujah. Allow the Holy Spirit to work in you. ਪਵਿੱਤਰ ਆਤਮਾ ਨੂੰ ਤੁਹਾਡੇ ਅੰਦਰ ਕੰਮ ਕਰਨ ਦੀ ਇਜਾਜ਼ਤ ਦਿਓ Hallelujah. Hallelujah. Praise you, Lord. Amen, Lord. Hallelujah. Hallelujah. Oh, Jesus. Don't think you can become like Jesus. You cannot become like Jesus. ਇਹ ਨਾ ਸੋਚੋ ਕਿ ਤੁਸੀਂ ਯੀਸ਼ੂ ਦੇ ਵਾਂਗ ਨਹੀਂ ਬਣ ਸਕਦੇ God can turn your defeat to victory. ਪਰਮੇਸ਼ਰ ਹਾਰ ਨੂੰ ਜਿੱਤ ਵਿੱਚ ਬਦਲ ਸਕਦਾ ਹੈ God can sanctify you. ਪਰਮੇਸ਼ਰ ਤੁਹਾਨੂੰ ਪਵਿੱਤਰ ਕਰ ਸਕਦਾ ਹੈ You can become holy like Jesus. ਤੁਸੀਂ ਯੀਸ਼ੂ ਵਾਂਗ ਪਵਿੱਤਰ ਬਣ ਸਕਦੇ ਹੋ Hallelujah. Hallelujah. Believe. Believe. ਵਿਸ਼ਵਾਸ ਕਰੋ Hallelujah. Hallelujah. Amen. Amen. The Lord heard your cry. The Lord heard your cry. ਪਰਮੇਸ਼ਰ ਨੇ ਤੁਹਾਡੀ ਦੁਹਾਈ ਨੂੰ ਸੁਣ ਲਿਆ ਹੈ The Lord is sanctifying you. ਪਰਮੇਸ਼ਰ ਤੁਹਾਨੂੰ ਪਵਿੱਤਰ ਕਰ ਰਿਹਾ ਹੈ God is renewing you. ਪਰਮੇਸ਼ਰ ਤੁਹਾਨੂੰ ਨਵਾਂ ਕਰ ਰਿਹਾ ਹੈ Hallelujah. Oh, hallelujah. 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 Praise God. Praise God for some time. कुछ Praise the Lord. 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 Amen. Praise the Lord. Praise the Lord. Praise the Lord. Let's pray. दुआ करें परमेश्वर के वेदांत के मुताबिक आज परमेश्वर हमारे बीच में आया। परमेश्वर हमके दिया सारे अनुग्रह के लिए
सारे वचनों के लिए हम धन्यवाद करते हैं प्रभु जी। कितना लोग के वचन सुनना बिना अपना अपना जगह में बैठा है, परमेश्वर लोग के साथ बात करना। आज परमेश्वर के वचन सुना, सारे लोग आसमान के लिए तैयार करना। परमेश्वर सचमुच परमेश्वर हमारा बुलाया हुआ परमेश्वर सच्चाई है परमेश्वर, इसलिए परमेश्वर के बुला परमेश्वर हर एक लोग को बुलाया उसकी वफादारी से रहने के लिए। परमेश्वर अपना लोग परमेश्वर कृपा देने के लिए धन्यवाद करते हैं प्रभु जी। परमेश्वर के वचन से कई सच्चाई हम सुना है। अब्राहम के बुलावट के बारे में परमेश्वर अब्राहम कौन था इसके बारे में परमेश्वर हमसे बातचीत किया है। अब्राहम का परमेश्वर का ही बात प्रत्यक्ष हो गया है, इसलिए परमेश्वर अन्य जाति लोग था, परमेश्वर उनका प्रत्यक्ष हो गया, उनसे बात किया है, परमेश्वर उनके सारे अनुग्रह दिया है। इसलिए उसके मुताबिक परमेश्वर नया करार में परमेश्वर हमको बुलाया, वो बुलावट के अंदर तक वफादारी से रहने के लिए। परमेश्वर हमारे हर एक लोग परमेश्वर कृपा देना, परमेश्वर के दास उनके भी और भी नया मसा नया बल देके परमेश्वर के सेवा में आगे देने के लिए जाने के लिए मदद कर प्रभु जी। अपना विश्वास लोग साहब का परमेश्वर अनुग्रह देना, अपने हर एक लोग के काम में अनुग्रह देना। बाहर जाएंगे तो अंदर रहेंगे तो खुदा संभालना। परमेश्वर का आगमन बहुत निकट है, इसलिए परमेश्वर के दूसरा आगमन के लिए परमेश्वर सबको तैयार कर पवित्र कर हर एक लोग बुलावट कोई भी भूल रहे ना आगे विश्वास योग्य से रहने के लिए जाने के लिए अपना लोग कृपा दे पवित्र कर, यीशु के नाम से मांगते। Amen. Praise God. तारीफ करांगे। Praise the Lord. Praise the Lord. Praise the Lord. Now may the grace of our Lord Jesus Christ, love of the Father, sweet communion of the Holy Spirit may rest and abide with every one of us now and until Jesus returns in glory. Amen. Hallelujah. 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 Anybody wants